ਸਤਨਾਮ ਸ੍ਰੀ ਵਾਹਿਗੁਰੂ ਜੀ। ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ। ਅਗਮ ਅਗੋਚਰ ਅਤ ਵੱਡਾ, ਅਤੁਲ ਨਾ ਤੁਲਿਆ ਜਾਏ। ਕੀਮਤ ਕਿਨੈ ਨਾ ਪਾਈਆ, ਕਿਤੈ ਨਾ ਲਿਆ ਜਾਏ। ਗੁਰ ਕੈ ਸ਼ਬਦ ਭੇਦਿਆ, ਇਨ ਬਿਦ ਵਸਿਆ ਮਨ ਆਏ। ਨਾਨਕ ਆਪ ਐਮੇਉ ਹੈ, ਗੁਰ ਕਿਰਪਾ ਤੇ ਰਹਿਆ ਸਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗਰੀਬ ਨਵਾਜ ਪੰਥ ਦੇ ਸਿਰਜਣਹਾਰ ਸਾਹਿਬ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ, ਦਸਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਅੰਗ 136 ਤੱਕ ਆਪਾਂ ਨੇ ਪਾਠ ਕੀਤਾ ਸੀ, ਜਿਹਦੇ 103 ਅੰਕ ਛੰਦਾਂ ਤੱਕ ਪਾਠ ਕਰ ਲਿਆ ਆਪਾਂ ਨੇ। ਅੱਗੇ 136 ਤੋਂ ਹੀ 136 ਅੰਕ ਤੋਂ ਬਿਰਧ ਨਰਾਜ ਛੰਦ ਪਾਠ ਆਰੰਭ ਹੋਣਾ ਹੈ। ਸੋ ਸਾਹਿਬ ਕਮਾਲ ਇਸ ਗਿਆਨ ਪ੍ਰਬੋਧ ਬਾਣੀ ਵਿੱਚ ਜੋ ਗਿਆਨ ਦਾ ਸਿਰਾਈ ਹੈ, ਇਹ ਜੱਗਾਂ ਦੀ ਮਹਿਮਾ ਦੱਸਦੇ ਹੋਏ ਨਿਚੋੜ ਜਿਹੜਾ ਸਾਰਾ ਉਹ ਇਹ ਆ ਬਈ ਪਰਮੇਸ਼ਰ ਦਾ ਨਾਮ ਉਹ ਸਭ ਤੋਂ ਉੱਪਰ ਹੈ। ਇਹ ਆਪਾਂ ਦਰਸ਼ਨਦਾਰੇ ਕਰਾਂਗੇ ਕਿ ਨਾਲ ਨਾਲ। ਸੋ ਸੱਚੇ ਪਾਤਸ਼ਾਹ ਮਹਾਰਾਜ ਜੀ ਪਰਮੇਸ਼ਰ ਦੀ ਉਸਤਤ ਕਰਦੇ। ਅਖੁੱਟ ਟੁੱਟ ਤ੍ਰਿਪਕੰ, ਅਜੁੱਟ ਜੁੱਟ ਛੁਚਕੰ, ਅਕੁੱਟ ਟੁੱਟ ਆਸਨੰ, ਅਲੇਖ ਅਪੇਖ ਅਨਾਸਨੰ। ਇਸ ਪ੍ਰਕਾਰ ਇਹ ਆਪਾਂ ਦਰਸ਼ਨਦਾਰੇ ਕੀਤੇ ਪੜ੍ਹੇ ਨੇ। ਸੋ ਆਓ 136 ਅੰਕ ਤੋਂ 103 ਅੰਕ ਤੋਂ ਅੱਗੇ ਬਿਰਧ ਨਰਾਜ ਛੰਦ ਹੈ, ਆਰੰਭ ਕੀਤਾ ਜਾਵੇ ਪਾਠ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਰਧ ਨਰਾਜ ਛੰਦ। ਅਨਾਦ ਅਗਾਧ ਬਿਆਦ ਆਦ, ਅਨਾਦ ਕੋ ਮਨਾਈਐ। ਅਗੰਜ ਅਪੰਜ ਅਰੰਜ ਅਗੰਜ, ਗੰਜ ਕੋ ਧਿਆਈਐ। ਅਲੇਖ ਅਪੇਖ ਅਦਵੈਖ ਅਰੇਖ, ਅਸੇਖ ਕੋ ਪਛਾਨੀਐ। ਨਾ ਭੂਲ ਜੰਤਰ ਤੰਤਰ ਮੰਤਰ, ਭਰਮ ਭੇਖ ਠਾਨੀਐ। ਉਹ ਜੰਤਰਾਂ ਮੰਤਰਾਂ ਤੋਂ ਸੁਤੰਤਰ ਆ ਨਾ ਪਰਮੇਸ਼ਰ ਜਿਹੜਾ ਉਹ। ਇਸ ਕਰਕੇ ਅਸੀਂ ਵੀ ਹੋਰ ਜੰਤਰ ਤੰਤਰ ਮੰਤਰ ਦੇ ਭਰਮ ਨੂੰ ਭੁੱਲ ਕੇ ਨਾ ਮੰਨੀਏ ਕਿਤੇ। ਹਾਂ, ਇਹ ਤਾਂ ਸਾਰੇ ਭਰਮ ਹਨ। ਹਾਂਜੀ, ਚਲੋ ਜੀ। ਕਿਰਪਾਲ ਲਾਲ ਅਕਾਲ ਅਪਾਲ, ਦਿਆਲ ਕੂ ਉਚਾਰੀਐ। ਅਧਰਮ ਕਰਮ ਧਰਮ ਭਰਮ, ਕਰਮ ਮੈਂ ਵਿਚਾਰੀਐ। ਅਨੰਤ ਦਾਨ ਧਿਆਨ ਗਿਆਨ, ਧਿਆਨਵਾਨ ਪੇਖੀਐ। ਅਧਰਮ ਕਰਮ ਕੇ ਬਿਨਾ, ਸੋ ਧਰਮ ਕਰਮ ਲੇਖੀਐ। ਬਰਤਾਦ ਦਾਨ ਸੰਜਮਾਦ, ਤੀਰਥ ਦੇਵ ਕਰਮਣੰ।
ਹਯਾਦ ਕੁੰਜ ਮੇਦ ਰਾਜ ਸੂਬਿਨਾ ਨਾ ਪਰਮਣ ਨਿਵਲਿਆਦ ਕਰਮ ਭੇਖ ਅਨੇਕ ਭੇਖ ਮਾਨੀਐ ਅਦੇਖ ਭੇਖ ਕੇ ਬਿਨਾ ਸੋ ਕਰਮ ਭਰਮ ਜਾਨੀਐ ਅਜਾਤ ਪਾਤ ਮਾਤ ਤਾਤ ਅਜਾਤ ਸਿੱਧ ਹੈ ਸਦਾ ਅਸਤਰ ਮਿੱਤਰ ਪੁੱਤਰ ਪੌਤਰ ਜਤਰ ਤਤਰ ਸਰਬਦਾ। ਹਾਂਜੀ, ਪਾਠ ਆਪਾਂ ਨੇ ਸ਼ਰਮਣ ਕੀਤਾ ਹੈ ਅਸਤਰ। ਇਹਨੂੰ ਅਸਤਰ ਨਹੀਂ ਪਾਠ ਕਰ ਜਾਣਾ। ਅਸਤਰ ਭਾਵ ਵੈਰੀ ਤੋਂ ਇੱਕ ਹੁੰਦਾ ਸਤਰੂ ਵੈਰੀ, ਤੇ ਅਸਤਰ ਜੋ ਵੈਰੀ ਤੋਂ ਬਿਨਾ ਪਰਮੇਸ਼ਰ। ਵੈਰੀ ਤੇ ਮਿੱਤਰ ਪੁੱਤਰ ਜਾਂ ਪੋਤਰੇ ਨਹੀਂ, ਇਸ ਪਰਮੇਸ਼ਰ ਦੀ ਉਸਤਤ ਹੋ ਰਹੀ ਹੈ। ਅਸਤਰ ਮਿੱਤਰ ਪੁੱਤਰ ਪੁੱਤਰ ਪੌਤਰ ਜਤਰ ਤਤਰ ਸਰਬਦਾ। ਤੋ ਪਾਠ ਅਸਤਰ ਕਰਨਾ, ਅਸਤਰ ਨਹੀਂ ਕਰ ਜਾਣਾ। ਹਾਂਜੀ, ਅਸਤਰ ਮਿੱਤਰ ਪੁੱਤਰ ਪੌਤਰ ਜਤਰ ਤਤਰ ਸਰਬਦਾ। ਅਖੰਡ ਮੰਡ ਚੰਡ ਉਦੰਡ ਅਖੰਡ ਖੰਡ ਭਾਖੀਐ ਨਾ ਰੂਪ ਰੰਗ ਰੇਖ ਅਲੇਖ ਭੇਖ ਮੈਂ ਨ ਰਾਖੀਐ। ਅਨੰਤ ਤੀਰਥ ਆਦ ਆਸਨਾਦ ਨਾਰਦ ਆਸਨੰ ਬੈਰਾਗ ਯਉ ਸੰਨਿਆਸ ਯਉ ਅਨਾਦ ਜੋਗ ਪ੍ਰਾਸਨੰ। ਅਨਾਦ ਤੀਰਥ ਸੰਜ ਮਾਦ ਬਰਤ ਨੇਮ ਵੇਖੀਐ ਅਨਾਦ ਅਗਾਧ ਕੇ ਬਿਨਾ ਸਮਸਤ ਭਰਮ ਲੇਖੀਐ। ਇਹਦੇ ਜੱਗਾਂ ਬਾਰੇ ਆਉਣਾ ਨਾ ਸਾਰਾ, ਤਾਂ ਸੱਚੇ ਪਾਤਸ਼ਾਹ ਦੱਸ ਰਹੇ ਨੇ ਜਿਹੜੇ ਜਾਗਾਦ ਕਰਨੇ ਉਹ ਸਮਸਤ ਸਾਰੇ ਭਰਮ ਹੀ ਸਮਝੋ। ਹਾਂਜੀ, ਨਾਮ ਨੂੰ ਮਾਰਾ ਸੱਚੇ ਪਾਤਸ਼ਾਹ ਜੀ ਪੈਦ ਲਗਾਏ ਨੇ। ਇਧਰ ਆਪਾਂ ਨਿਤਾ ਪ੍ਰਤੀ ਪੜ੍ਹਦੇ ਹਾਂ, ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਨਾਮ ਦੀ ਮਹਿਮਾ ਸਾਰੀ। ਹਾਂਜੀ, ਰਸਾਵਲ ਛੰਦ ਦਇਆਦ ਆਦ ਧਰਮੰ ਸੰਨਿਆਸ ਆਦ ਕਰਮੰ ਗਜਾਦ ਆਦ ਦਾਨੰ ਹਯਾਦ ਆਦ ਥਾਨੰ ਸੁਵਰਨ ਆਦ ਦਾਨੰ ਸਮੁੰਦਰ ਆਦ ਇਸਨਾਨੰ ਵਿਸਵਾਦ ਆਦ ਭਰਮੰ ਬ੍ਰਿਕਤਾਦ ਆਦ ਕਰਮੰ ਨਿਵਲ ਆਦ ਕਰਣੰ ਸੋ ਨੀਲ ਆਦ ਵਰਣੰ ਨੀਲ ਆਦ ਧਿਆਨੰ ਜਪਤ ਤਤ ਪ੍ਰਧਾਨੰ ਅਮਿਤ ਕਾਦ ਭਗਤੰ ਅਮਿਕਤਾਦ ਅਮਿਕਤਾਦ ਭਗਤੰ ਅਵਿਕਤਾਦ ਬ੍ਰਗਤੰ ਪ੍ਰਸ਼ਸਤਵਾ ਪ੍ਰਜਾਪੰ ਪਰ ਭਗਤਾ ਅਥਾਪੰ ਸੋ ਭਗਤਾਦ ਕਰਣੰ ਅਜਗਤਵਾ ਪਰਹਰਣੰ ਵਿਰਗਤਵਾ ਪ੍ਰਕਾਸ਼ੰ ਅਵਿਗਤਵਾ ਪਰਨਾਸੰ ਸਮਸਤਵਾ ਪ੍ਰਧਾਨੰ ਤੁਜਸਤਵਾ ਦਰਾਨੰ ਅਵਿਗਤਵਾ ਅਪੰਗੰ ਇਕਸਤਵਾ ਅਨੰਗੰ। ਇਕਸਤਵਾ ਇਹ ਧਿਆਨ ਦੇਣਾ ਵੀ ਕਿਤੇ ਅਸੀਂ ਆੜਾ ਨਾ ਬੋਲ ਜਾਈਏ। ਇਕਸਤਵਾ ਈੜੀ ਤੇ ਇੱਥੇ ਧਿਆਨ ਰੱਖਣਾ, ਬਣਾਉਣ ਲੱਗਾ ਉਚਾਰਨ ਕਰਨ ਲੱਗਾ। ਹਾਂ ਚਲੋ ਜੀ। ਅਵਿਗਤਵਾ ਅਪੰਗੰ ਇਕਸਤਵਾ ਅਨੰਗੰ ਉਵਸਤਵਾ ਅਕਾਰੰ ਕਿਰਪਾਸਤਵਾ ਕਿਰਪਾਰੰ ਖਿਤਾਸਤਵਾ ਅਖੰਡੰ ਗਤਾਸਤਵਾ ਅਗੰਡੰ ਕਰਾਸਤਵਾ ਕਰਾਨੰ ਨਿਰਾਸਤਵਾ ਨਿਰਹਾਲੰ। ਇਹ ਨੰਗਾ ਆ ਗਈ, ਨੰਗਾ ਅੱਖਰ ਨਿਰਹਸਤਵਾ ਨਿਰਹਾਲੰ। ਨੰਗਾ ਅੱਗੇ ਫਿਰ ਨੰਨਾ ਵੀ ਆਉਣਾ ਹੈ। ਇਹਨਾਂ ਅੱਖਰਾਂ ਦਾ ਜੋ ਉਚਾਰਨ ਕਰਨਾ, ਇਹ ਧਿਆਨ ਦੇਣਾ। ਇਹ ਵੀ ਪਿੱਛੇ ਬੇਨਤੀਆਂ ਕਰਦੇ ਰਹੀਦਾ। ਇੱਥੇ ਸਾਨੂੰ ਜਿਹੜੀ ਗੁਰਮੁਖੀ ਹੈ ਸਾਡੀ, ਗੁਰਾਂ ਦੇ ਮੁਖ ਤੋਂ ਆਈ 35 ਅੱਖਰ ਜਿਹੜੇ, ਉਹਦਾ ਅਭਿਆਸ ਸਾਨੂੰ ਅਤੀ ਜ਼ਰੂਰੀ ਕਰਨਾ ਹੈ। ਉਹ ਨਿਤਨੇ ਦੇ ਨਾਲ ਹੀ ਉਹਦਾ ਹੀ ਮਹਾਤਮ ਬਹੁਤ ਹੈ। ਪਿੱਛੇ ਜੇ ਬੇਨਤੀ ਕੀਤੀ ਸੀ, ਇਹ ਮਹਾਂਪੁਰਸ਼ ਸਿੰਘ ਸਾਹਿਬ ਬਾਬਾ ਮਿੱਤ ਸਿੰਘ ਜੀ ਨਿਹੰਗ ਸਿੰਘ ਹਜ਼ੂਰ ਸਾਹਿਬ ਵਾਲੇ, ਉਹ ਨਿਤਨੇਮ ਦੇ ਨਾਲ ਹੀ ਅਥਵਾ ਕਿਤੇ ਨਿਤਨੇਮ ਤੋਂ ਪਹਿਲਾਂ ਉਹ 35 ਅੱਖਰ ਗੁਰਮੁਖੀ ਦੇ ਉਚਾਰਨ ਕਰਦੇ ਸਨ ਆਪਣੇ ਮੁਖ ਤੋਂ। ਤੇ ਉਹ ਉਹਨਾਂ ਦਾ ਵਿਸ਼ਵਾਸ ਸੀ ਮਹਾਂਪੁਰਸ਼ਾਂ ਦਾ, ਅੱਗੇ ਉਹਨਾਂ ਨੇ ਇਸੇ ਬਚਨਾਂ ਨੂੰ ਆਪਣੇ ਸਿੱਖਾਂ ਪੈਰਾਂ ਵਿੱਚ, ਸ਼ਰਧਾਲੂਆਂ ਵਿੱਚ, ਸੇਵਕਾਂ ਵਿੱਚ ਪ੍ਰਚਲਿਤ ਕੀਤਾ।
ਵੀ ਭਾਈ ਇਹ ਜਿਹੜੇ ਗੁਰਮੁਖੀ ਅੱਖਰ ਨੇ ਨਾ, ਇਹਨਾਂ ਦਾ ਗੁਰਮੁਖੀ ਨਾਂ ਹੀ ਤਾਂ ਹੈ ਗੁਰਾਂ ਦੇ ਪਾਵਨ ਮੁਖ ਤੋਂ ਆਏ ਨੇ, ਧੰਨ ਗੁਰੂ ਨਾਨਕ ਦੇਵ ਸਾਹਿਬ ਦੇ ਮੁਖ ਤੋਂ। ਤੇ ਇਹਨਾਂ ਅੱਖਰਾਂ ਦਾ ਫਿਰ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੇ ਦੂਸਰੇ ਰੂਪ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਹਨਾਂ ਅੱਖਰਾਂ ਦਾ ਅਭਿਆਸ ਕਰਾਇਆ। ਤੋ ਮਹਾਰਾਜ ਅੱਖਰ ਪੜ੍ਹਾਉਂਦੇ ਸਨ। ਇਹ ਗੁਰਮੁਖੀ ਜਿਹੜੀ ਤਾਂ ਹੀ ਸਾਡੀ ਰਸਨਾ ਤੇ ਚੜ੍ਹਨੀ ਹੈ, ਤਾਂ ੰਗਾ ඤਾ ਇਹ ਅੱਖਰ ਜਿਹੜੇ ਨਾ ਸਾਨੂੰ ਬੁਲਾਉਣੇ ਫਿਰ ਸੌਖੇ ਹੀ ਹੋ ਜਾਣਗੇ, ਸੁਖੱਲੇ ਹੋ ਜਾਣਗੇ। ਇਤਨੀ ਮਹਾਨਤਾ ਮਹਾਂਪੁਰਸ਼ ਦੱਸਦੇ ਸਨ ਕਿ ਇਹਨਾਂ ਅੱਖਰਾਂ ਦੇ ਵਿੱਚ ਸਾਰਾ ਹੀ ਗੁਰੂ ਗ੍ਰੰਥ ਸਾਹਿਬ ਹੈ। ਇਹਨਾਂ ਅੱਖਰਾਂ ਦੀ ਮਹਾਨਤਾ ਹੈ, ਗੁਰਮੁਖੀ ਦੇ ਅੱਖਰਾਂ ਵਿੱਚ ਸਾਰਾ ਹੀ 10ਵਾਂ ਗੁਰੂ ਗ੍ਰੰਥ ਸਾਹਿਬ ਵੀ ਇਹਨਾਂ ਅੱਖਰਾਂ ਦੇ ਵਿੱਚ ਹੀ ਹੈ। ਸਾਡਾ ਸਾਰਾ ਇਤਿਹਾਸ ਇਹਨਾਂ ਅੱਖਰਾਂ ਵਿੱਚ ਹੈ। ਸੋ ਇਹਨਾਂ ਅੱਖਰਾਂ ਤੋਂ ਸਾਨੂੰ ਦੂਰ ਨਹੀਂ ਹੋਣਾ ਚਾਹੀਦਾ। ਹੋਰ ਜਿਤਨੀਆਂ ਭਾਸ਼ਾਵਾਂ ਹਨ, ਸਾਰੀਆਂ ਭਾਸ਼ਾਵਾਂ ਬਾਰੇ ਜਿਤਨਾ ਵੀ ਕੋਈ ਬੋਧ ਕਿਸੇ ਨੂੰ ਹੋ ਸਕਦਾ, ਅੱਛੀ ਬਾਤ ਹੈ, ਚੰਗਾ ਕਰ ਲੈਣਾ ਚਾਹੀਦਾ। ਪਰ ਐਸਾ ਨਾ ਹੋਵੇ ਅਸੀਂ ਦੂਸਰੇ ਵੱਲ ਜ਼ਿਆਦਾ ਧਿਆਨ ਦੇ ਜਾਈਏ, ਸਾਡੇ ਜਿਹੜੇ ਘਰ ਦਾ ਜਾਂ ਸਾਡਾ ਮਹਾਨ ਖਜ਼ਾਨਾ ਉਹ ਤੋਂ ਅਸੀਂ ਵਾਂਝੇ ਨਾ ਰਹਿ ਜਾਈਏ। ਸਾਨੂੰ ਇਹ ਸਭ ਤੋਂ ਪਹਿਲਾਂ ਗੁਰਮੁਖੀ ਦਾ ਅਭਿਆਸ ਹੋਣਾ ਜ਼ਰੂਰੀ ਹੈ, ਤਾਂ ਹੀ ਗੁਰਬਾਣੀ ਸ਼ੁੱਧ ਪੜ੍ਹੀ ਜਾਵੇਗੀ। ੰਗਾ ඤਾ ਧੰਨ ਗੁਰੂ ਗ੍ਰੰਥ ਸਾਹਿਬ ਆਦਿ ਵਿੱਚ ਤੇ 10ਵੀਂ ਬਾਣੀ ਵਿੱਚ ਵੀ ਅੱਖਰ ਆ ਰਹੇ ਨੇ। ਅੱਖਰ ਫਿਰ ਜੇ ਸਾਡੇ ਅਭਿਆਸ ਹੋਣਗੇ ਤਾਂ ਹੀ ਸ਼ੁੱਧ ਬਾਣੀ ਪੜ੍ਹਾਂਗੇ ਨਾ। ਤੇ ਜੇ ਸਾਡਾ ਅਭਿਆਸ ਨਹੀਂ, ਫਿਰ ਬਾਣੀ ਸ਼ੁੱਧ ਨਹੀਂ ਪੜ੍ਹੀ ਜਾਣੀ। ਤਾਂ ਕਰਕੇ ਇਹਨਾਂ ਅੱਖਰਾਂ ਦਾ ਅਭਿਆਸ ਹੋਣਾ ਅਤੀ ਜ਼ਰੂਰੀ ਹੈ, ਗੁਰਮੁਖੀ ਦੇ ਅੱਖਰਾਂ ਦਾ। ਕਈ ਬਾਹਰਲੇ ਜਾਂ ਇੱਧਰਲੇ ਵੀ ਬਾਣੀ ਪੜ੍ਹਦੇ ਨੇ, ਰੌਲਾ ਵੀ ਲਾ ਲੈਂਦੇ ਨੇ, ਤੇ ਉਹਨਾਂ ਨੂੰ ਗੁਰਮੁਖੀ ਨਾ ਆਉਣ ਕਰਕੇ, ਅਭਿਆਸ ਨਾ ਹੋਣ ਕਰਕੇ ਉਹਨਾਂ ਦੇ ਅੱਖਰੇ ਨਹੀਂ ੰਗੇ ਨੂੰ ਹੋਰ ਹੀ ਖਮਣੀ ਕੀ ਕਿਹਾ ਜਾਂਦੇ ਆ, ਨੰਨ੍ਹਾ ਅੱਖਰ ਬੋਲਦੇ ਨੇ ਇਸ ਤਰ੍ਹਾਂ। ਪਰ ਗੁਰਬਾਣੀ ਵਿੱਚ ਤਾਂ ਫਿਰ ਕਿਤਨੇ ਵਾਰੀ ਆ ਰਿਹਾ ਹੈ, ਅਭਿਆਸ ਨਹੀਂ ਹੁੰਦਾ, ਤਾਂ ਕਿ ਗੁਰਬਾਣੀ ਅਸ਼ੁੱਧ ਪੜ੍ਹੀ ਜਾਂਦੀ ਆ। ਤੇ ਅਸ਼ੁੱਧ ਪੜ੍ਹਨ ਦਾ ਸਾਧ ਸੰਗਤ ਜੀ ਸਾਨੂੰ ਫਲ ਮਿਲਣਾ ਹੀ ਕੋਈ ਨਹੀਂ। ਸ਼ੁੱਧ ਗੁਰਬਾਣੀ ਪੜ੍ਹਾਂਗੇ ਤਾਂ ਸਾਨੂੰ ਪੂਰਨ ਤੌਰ ਤੇ ਜੋ ਫਲ ਪ੍ਰਾਪਤ ਹੋਵੇਗਾ। ਤੋ ਇਹ ਬੇਨਤੀਆਂ ਨੇ ਗੁਰਮੁਖੀ ਅੱਖਰਾਂ ਬਾਰੇ। ਆਓ ੰਗਾ ਆ ਰਿਹਾ ਜਿਸ ਪ੍ਰਕਾਰ ਲਗਾ ਰਹੇ ਨੇ ਭਾਈ ਜੀ, ਇਸੇ ਪ੍ਰਕਾਰ ਆਪਾਂ ਧਿਆਨ ਦੇਣਾ। ਹਾਂਜੀ, ਫਿਰ ਪੜ੍ਹ ਦਿਓ ਜੀ। ਕਰਾਸਤੂਆ ਕਰਾਨੰ ਨਿਰਾਸਤੂਆ ਨਿਰਹਾਲੰ ਨਿਰਹਾਲੰ ੰਗਾ ਨਿਰਹਾਲੰ। ਇਹ ਵੇ ਕੱਕਾ ਕੱਖਾ ਗੱਗਾ ਕੱਗਾ ੰਗਾ। ਜਦੋਂ ਅਸੀਂ ਕੱਕੇ ਦਾ ਸਾਡਾ ਲੱਗੂ ਨਾ ਜੀਭ, ਜਿੱਥੇ ਕੱਕਾ ਇਹ ਤਾਲੂ ਤੇ ਜੀਭ ਲੱਗਣੀ, ਕੱਕਾ ਖੱਖਾ ਗੱਗਾ ਕੱਗਾ ੰਗਾ, ਪੰਜਾਂ ਅੱਖਰਾਂ ਤੇ ਉੱਥੇ ਲੱਗਣੀ ਹੈ। ਅੱਗੇ ਆ ਚੱਚਾ, ਤੇ ਚੱਚਾ ਜਿਹੜੇ ਜੀਭ ਦਾ ਸਾਡਾ ਜਿਹੜਾ ਪਿਛਲਾ ਹਿੱਸਾ ਜਿਹੜਾ ਚੱਚਾ, ਉਹ ਦੰਦਾਂ ਤੋਂ ਪਿਛਲੇ ਜਿਹੜਾ ਹੋਠ ਜਿਹਾ ਉੱਥੇ ਲੱਗੂ। ਚੱਚਾ ਛੱਛਾ ਜੱਜਾ ਝੱਜਾ ਨੰਨ੍ਹਾ, ਇਹ ਜੀਭ ਉੱਥੇ ਲੱਗੇਗੀ। ਜਿੱਥੇ ਸ਼ੁਰੂ ਹੋ ਗਿਆ ਨਾ ਕੱਕਾ, ਤੇ ਉੱਥੇ ੰਗਾ ਬੋਲੇਗਾ। ਜਿੱਥੇ ਚੱਚਾ ਸ਼ੁਰੂ ਹੋ ਗਿਆ ਉੱਥੇ ਨੰਨ੍ਹਾ ਬੋਲੇਗਾ। ਇਹ ਵਿਦਿਆਲਿਆਂ ਵਿੱਚ ਇਸ ਪ੍ਰਕਾਰ ਮੁਹਾਰਣੀ ਜਦੋਂ ਪੜ੍ਹਾਉਂਦੇ ਉਦੋਂ ਵਿਦਿਆਰਥੀਆਂ ਨੂੰ, ਬੱਚਿਆਂ ਨੂੰ ਇਹ ਫਿਰ ਅਭਿਆਸ ਕਰਾਇਆ ਜਾਂਦਾ। ਹਾਂਜੀ, ਚਲੋ। ਕਰਾਸਤੂਆ ਕਰਾਨੰ ਨਿਰਾਸਤੂਆ ਨਿਰਹਾਲੰ ਚਿਤਾਸਤੂਆ ਅਤਾਪੰ ਸ਼ਤਾਸਤੂਆ ਅਸ਼ਾਪੰ ਜਿਤਾਸਤੂਆ ਅਜਾਪੰ ਚਕਾਸਤੂਆ ਅਚਾਪੰ ਨਿੰਗਾਸਤੂਆ ਅਨੇਕੰ ਨਿਕਸਤੂਆ ਨਿਕਾਸਤੂਆ ਚੱਚੇ ਵਾਲਾ ਆ ਗਿਆ ਨਿੰਗਾਸਤੂਆ। ਹਾਂਜੀ, ਚਲੋ। ਨਿਕਾਸਤੂਆ ਅਨੇਕੰ ਟੋਟਾਸਤੂਆ ਅਟੇਟੰ ਠਟਾਸਤੂਆ ਅਠਾਟੰ ਡਟਾਸਤੂਆ ਅਡਾਟੰ ਟਟਾਸਤੂਆ ਅਟਾਪੰ ਗਣਾਸਤੂਆ ਅਣਾਪੰ ਹਾਂਜੀ ਟਟਾਸਤੂਆ ਅਟਾਪੰ ਅਣਕਾਸਤੂਆ ਅਣਾਪੰ। ਅਣਕਸਤੂਆ ਨਾ ਅਣਕਸਤੂ ਆੜਾ ਬੋਲਦਾ ਪਹਿਲਾਂ। ਹਾਂਜੀ, ਤਿਆਰ ਅਣਾ ਨਹੀਂ ਬੋਲਣਾ। ਅਣਕਸਤੂਆ ਟਟਾਸਤੂਆ ਅਟਾਪੰ ਅਣਕਾਸਤੂਆ ਅਣਾਪੰ। ਹਲੇ ਹੋਰ ਸੁਧਾਈ ਦੀ ਲੋੜ ਆ। ਚਲੋ ਠੀਕ ਆ। ਤਪਾਸਤੂਆ ਅਤਾਪੰ ਥਪਾਸਤੂਆ ਅਥਾਪੰ ਦਲਾਸਤੂਆਦ ਦੋਖੰ ਨਹਿਸਤੂਆ ਅਨੋਖੰ ਅਪਗਤੂਆ ਅਪਾਨੰ ਫਲਗਤੂਆ ਫਲਾਨੰ ਬਦਕਤੂਆ ਬਸੇਖੰ ਪਜਾਸਤੂਆ ਅਪੇਖੰ
ਮਤਾਸਤੂਆ ਫਲਾਨੰ ਹਰਕਤੂਆ ਹਿਰਦਾਨੰ ਅੜਕਤੂਆ ਅੜੰਗੰ ਤ੍ਰਿਕਸਤੂਆ ਤ੍ਰਿਭੰਗੰ ਰੰਗਸਤੂਆ ਅਰੰਗੰ ਲਵਸਤੂਆ ਅਲੰਗੰ ਯਕਸਤੂਆ ਅਜਾਪੰ ਏਕਸਤੂਆ ਏਕਾਪੰ। ਯਕਸਤੂਆ ਯਕਾਪੰ ਯਕਸਤੂਆ ਯਕਾਪੰ ਤਵਾ ਰੰਗਸਤੂਆ ਅਰੰਗੰ ਲਵਸਤੂਆ ਅਲੰਗੰ ਯਕਸਤੂਆ ਯਕਾਪੰ ਏਕਸਤੂਆ ਏਕਾਪੰ ਵਦੇਸਤੂਆ ਵਰਦਾਨੰ ਯਕਸਤੂਆ ਏਕਾਨੰ ਲਵਸਤੂਆ ਅਲੇਖੰ ਰਰਸਤੂਆ ਅਰੇਖੰ ਤਰਸਤੂਆ ਤ੍ਰਿਭੰਗੇ ਹਰਸਤੂਆ ਹਰੰਗੇ ਮਹਸਤੂਆ ਮਹੇਸੰ ਭਜਸਤੂਆ ਅਭੇਸੰ ਬਰਸਤੂਆ ਬਰਾਨੰ ਪਲਸਤੂਆ ਫਲਾਨੰ ਬਰਸਤੂਆ ਬਰਾਨੰ ਪਲਸਤੂਆ ਫਲਾਨੰ ਨਰਸਤੂਆ ਨਰੇਸੰ ਦਲਸਤੂਆ ਦਲੇਸੰ। ਪਾਦੜੀ ਛੰਦ ਤਹ ਪ੍ਰਸਾਦ। ਦਿਨ ਅਜਬ ਏਕ ਆਤਮਾ ਰਾਮ ਅਨਭਉ ਸਰੂਪ ਅਨਹਦ ਅਕਾਮ ਅਨਛਜ ਤੇਜ ਆਜਾਨ ਬਾਹੋ ਰਾਜਾਨ ਰਾਜ ਸਾਹਾਨ ਸਾਹੋ। ਉਚਰਿਓ ਆਤਮਾ ਪਰ ਆਤਮਾ ਸੰਗ ਉਦਭੁਜ ਸਰੂਪ ਅਵਗਤ ਅਭੰਗ ਇਹ ਕੌਣ ਆਹੇ ਆਤਮਾ ਸਰੂਪ ਜੇਹ ਅਮਿਤ ਤੇਜ ਅਤਭੁਤ ਵਿਭੂਤ ਪ੍ਰਾਤਮਾ ਬਾਚ ਯਹ ਬ੍ਰਹਮ ਆਹੇ ਆਤਮਾ ਰਾਮ ਜਿਹ ਅਮਿਤ ਤੇਜ ਅਵਗਤ ਅਕਾਮ ਜਿਹ ਭੇਦ ਭਰਮ ਨਹੀਂ ਕਰਮ ਕਾਲ ਜਿਹ ਸਤਰ ਮਿੱਤਰ ਸਰਬਾ ਦਿਆਲ। ਡੋਬਿਓ ਨਾ ਡੁੱਬੈ ਸੋਖਿਓ ਨਾ ਜਾਏ ਕਟਿਓ ਨਾ ਕੱਟੈ ਬਾਰਿਓ ਨਾ ਬਰਾਏ। ਕੱਟਿਓ ਨਾ ਕੱਟੈ ਇਹ ਪਸ ਕੇ ਬੋਲਦੇ ਕੱਟਿਓ ਨਾ ਕੱਟੈ ਕੱਟਿਓ ਨਾ ਕੱਟੈ ਨਾ ਬਾਰਿਓ ਬਰਾਏ ਛਿਜੈ ਨਾ ਨੈਕ ਸਤ ਸ਼ਸਤਰ ਪਾਤ ਜਿਹ ਸਤਰ ਮਿੱਤਰ ਨਹੀਂ ਜਾਤ ਪਾਤ। ਸਤਰੂ ਸਹੰਸ ਸਤ ਸਤ ਪ੍ਰਗਾਏ ਛਿਜੈ ਨਾ ਨੈਕ ਸਤਰੂ ਹਾਂਜੀ ਸਤਰੂ ਸਹੰਸ ਸਤ ਸਤ ਪ੍ਰਗਾਏ। ਸਤਰੂ ਤੇ ਜਮਕ ਲਾ ਕੇ ਸਹੰਸ ਸਤ ਵਿਸਰਾਮ ਸਤ ਪ੍ਰਗਾਏ। ਹਾਂਜੀ ਸਤਰੂ ਸਹੰਸ ਸਤ ਸਤ ਪ੍ਰਗਾਏ ਛਿਜੈ ਨਾ ਨੈਕ ਖੰਡਿਓ ਨਾ ਜਾਏ ਨਹੀਂ ਜਰੈ ਨੈਕ ਪਾਵਕ ਮੰਝਾਰ ਬੋਰੈ ਨਾ ਸਿੰਧ ਸੋਖੈ ਨਾ ਬਿਆਰ। ਇਕ ਕਰਿਓ ਪ੍ਰਸੰਨ ਆਤਮਾ ਦੇਵ ਅਨਭੰਗ ਰੂਪ ਅਨਭਉ ਅਭੇਵ ਯਹ ਚਤੁਰ ਵਰਗ ਸੰਸਾਰ ਦਾਨ ਕਿਹੋ ਚਤੁਰ ਵਰਗ ਕਿਜੈ ਵਖਿਆਨ। ਇਕ ਰਾਜ ਧਰਮ ਇਕ ਦਾਨ ਧਰਮ ਇਕ ਭੋਗ ਧਰਮ ਇਕ ਮੋਸ਼ ਕਰਮ ਇਕ ਚਤੁਰ ਵਰਗ ਸਭ ਜਗ ਭਣੰਤ ਸੇ ਆਤਮਾ ਪਰਾਤਮਾ ਪੁਸ਼ੰਤ। ਇਕ ਰਾਜ ਧਰਮ ਇਕ ਧਰਮ ਦਾਨ ਇਕ ਭੋਗ ਧਰਮ ਇਕ ਮੋਸ਼ਵਾਨ। ਤੁਮ ਕਹੋ ਚਤਰ ਚਤਰੇ ਵਿਚਾਰ ਜੇ ਤ੍ਰਿਕਾਲ ਭਏ ਜੁਗ ਅਪਾਰ। ਤੁਮ ਕਹੋ ਚਤਰ ਚਤਰੇ ਵਿਚਾਰ ਜੇ ਤ੍ਰਿਕਾਲ ਭਏ ਜੁਗ ਅਪਾਰ। ਵਰਣਨ ਕਰੋ ਤੁਮ ਪ੍ਰਥਮ ਦਾਨ ਜਿਮ ਦਾਨ ਧਰਮ ਕਿੰਨੇ ਨਿਰਪਾਨ। ਸਤਜੁਗ ਕਰਮ ਸੁਰਦਾਨ ਦੰਤ ਭੂਮਾਦ ਦਾਨ ਕੀਨੇ ਅਖੰਤ। ਭੂਮਾਦ ਦਾਨ ਕੀਨੇ ਅਕੰਥ ਤ੍ਰੈ ਜੁਗ ਮਹੀਪ ਬਰਨੇ ਨ ਜਾਤ। ਗਾਥਾ ਅਨੰਤ ਉਪਮਾ ਅਗਾਤ ਜੋ ਕੀਏ ਜਗਤ ਮੈਂ ਜਗ ਧਰਮ ਬਰਨੇ ਨ ਜਾਹੇ ਤੇ ਅਮਿਤ ਕਰਮ। ਕਲ ਯੁਗ ਤੇ ਆਦ ਜੋ ਭਏ ਮਹੀਪ ਇਹ ਭਰਤ ਖੰਡ ਮਹਿ ਜੰਬੂ ਦੀਪ। ਤਬ ਬਲ ਪ੍ਰਤਾਪ ਬਰਣੋ ਸੁਤਰੈਣ ਰਾਜਾ ਯੁਧਿਸ਼ਟਰ ਭੂ ਭਰਤ ਏਣ। ਖੰਡੇ ਅਖੰਡ ਜਿਹ ਚਤੁਰ ਖੰਡ ਕੈਰੋਂ ਕੁਰਖੇਤਰ ਮਾਰੇ ਪ੍ਰਚੰਡ। ਜਿਹ ਖੰਡੇ ਅਖੰਡ ਜਿਹ ਚਤੁਰ ਖੰਡ ਇਹਦਾ ਭਾਵ ਆ ਕਿ ਰਾਜਾ ਯੁਧਿਸ਼ਟਰ ਜਿਸ ਵੇਲੇ ਭਾਰਤ ਖੰਡ ਦਾ ਬਾਦਸ਼ਾਹ ਸੀ ਉਸ ਵੇਲੇ ਇਸ ਨੂੰ ਬੜੇ ਬਹਾਦਰ ਰਾਜੇ ਤੇ ਜੋ ਕਿਸੇ ਤੋਂ ਜਿੱਤੇ ਨਹੀਂ ਜਾਂਦੇ ਸਨ ਤੇ ਇਹਨੇ ਯੁਧਿਸ਼ਟਰ ਨੇ ਸਾਰੇ ਮਾਰ ਮੁਕਾਏ ਸੀ।
ਉਹਨਾਂ ਅੜਨ ਵਾਲਿਆਂ ਨੂੰ ਮਾਰ ਕੇ ਜਿੱਤਣ ਵਾਲਿਆਂ ਨੂੰ ਜਿੱਤ ਕੇ 4 ਖੰਡਾਂ ਤੇ ਆਪਣਾ ਰਾਜ ਕਾਇਮ ਕਰ ਲਿਆ ਸੀ ਰਾਜੇ ਨੇ। ਚਤਰਖੰਡ। ਹਾਂਜੀ। ਖੰਡੇ ਅਖੰਡ ਜਿਹ ਚਤੁਰ ਖੰਡ ਕੈਰੋਂ ਕੁਰਖੇਤਰ ਮਾਰੇ ਪ੍ਰਚੰਡ ਜਿਹ ਚਤੁਰ ਕੁੰਡ ਜਿਤਿਓ ਦੁਬਾਰ ਅਰਜਨ ਭੀਮਾਦ ਭਰਾਤਾ ਜੁਝਾਰ। ਜਿਹ ਚਤੁਰ ਕੁੰਡ ਜਿਤਿਓ ਦੋ ਵਾਰੀ ਜਿੱਤ ਲਿਆ 2 ਵਾਰ। ਜਿਹ ਚਤੁਰ ਕੁੰਡ ਜਿਤਿਓ ਦੁਬਾਰ ਅਰਜਨ ਭੀਮਾਦ ਭਰਾਤਾ ਜੁਝਾਰ। ਅਰਜਨ ਪਠਿਓ ਉੱਤਰ ਦਿਸਾਨ ਭੀਮਹਿ ਕਰਾਏ ਪੂਰਬ ਪਿਆਨ। ਸਹਦੇਵ ਪਠਿਓ ਦਛਣ ਸੁਦੇਸ ਨੁਕਲਹਿ ਪਠਾਏ ਪੱਛਮ ਪ੍ਰਵੇਸ਼। ਮੰਡੇ ਮਹੀਪ ਖੰਡਿਓ ਖਤਰਾਣ ਜਿਤੇ ਅਜੀਤ ਮੰਡੇ ਮਹਾਨ। ਖੰਡਿਓ ਸੋ ਉੱਤਰ ਖੁਰਾਸਾਨ ਦੇਸ ਦਛਨ ਪੂਰਬ ਜੀਤੇ ਨਰੇਸ਼। ਖਗ ਖੰਡ ਖੰਡ ਜੀਤੇ ਮਹੀਪ ਬਜਿਓ ਨਿਸ਼ਾਨ ਜਿਹ ਜੰਬੂ ਦੀਪ। ਇਹ ਜੰਬੂ ਦੀਪ। ਹਾਂਜੀ। ਖਗ ਖੰਡ ਖੰਡ ਜੀਤੇ ਮਹੀਪ ਬਜਿਓ ਨਿਸ਼ਾਨ ਇਹ ਜੰਬੂ ਦੀਪ। ਇਕ ਠੌਰ ਕੀਏ ਸਭ ਦੇਸ ਰਾਓ ਮਖਰਾਜ ਸੂ ਕੋ ਕੀਓ ਚਾਓ। ਸਭ ਦੇਸ ਦੇਸ ਪਠੇ ਸੋ ਪੱਤਰ ਜਿਤ ਜਿਤ ਗੁਨਾੜ ਕੀਏ ਇਕੱਤਰ। ਮਖਰਾਜ ਸੂ ਕੋ ਕੀਓ ਆਰੰਭ ਨਿਰਪ ਬਹੁ ਬੁਲਾਏ ਜਿਤੇ ਅਸੰਭ। ਰੂਆਲ ਛੰਦ ਕੋਟ ਕੋਟ ਬੁਲਾਏ ਰਿਤਜ ਕੋਟ ਬ੍ਰਹਮ ਬੁਲਾਏ। ਕੋਟ ਕੋਟ ਬਨਾਏ ਬਿੰਜਨ ਭੋਗੀਐ ਬਹੁ ਪਾਏ। ਕੋਟ ਕੋਟ ਬੁਲਾਏ ਰਿਤਜ ਕੋਟ ਬ੍ਰਹਮ ਬੁਲਾਏ। ਰਿਤਜ 4 ਵੇਦਾਂ ਦੇ ਅਨੁਸਾਰ ਕਰਮ ਕਰਾਉਣ ਵਾਲੇ ਨੂੰ ਕਹੀਦਾ। ਜੋ 4 ਵੇਦਾਂ ਅਨੁਸਾਰ ਜਿਹੜਾ ਕਰਮ ਕਰਾਉਂਦਾ ਉਹਨੂੰ ਕਹਿੰਦੇ ਰਿਤਜ ਕਹਿੰਦੇ ਨੇ। ਤੇ ਵੈਸੇ ਹਰ ਵੇਦ ਦੇ ਕਰਮ ਕਰਨ ਵਾਲੇ ਨੂੰ ਉਹਨਾਂ ਦਾ ਨਾਮ ਅਲੱਗ ਅਲੱਗ ਨੇ। ਜਿਹੜੇ 4ਾਂ ਦੇ ਹੀ ਕਰਮ ਕਰਾਉਂਦਾ ਨੂੰ ਰਿਤਜ। ਇਸ ਵਾਰ ਰਿਗਵੇਦ ਅਨੁਸਾਰ ਕਰਮ ਕਰਾਉਣ ਵਾਲਾ ਤੇ ਜਿਵੇਂ ਯੁਜੁਰਵੇਦ ਅਨੁਸਾਰ ਕਰਮ ਕਰਾਉਣ ਵਾਲਾ ਉਹਨੂੰ ਅਧਵਰਯੂ। ਸਾਮਵੇਦ ਅਨੁਸਾਰ ਕਰਮ ਕਰਾਉਣ ਵਾਲਾ ਉਹਨੂੰ ਉਦੈ ਗਾਤਾ। ਇਸ ਪ੍ਰਕਾਰ ਇਹਨਾਂ ਨਾਮ ਨੇ। ਹਾਂ, ਰਿਤਜ ਤੋਂ ਭਾਵ ਆ 4 ਵੇਦਾਂ ਦੇ ਸਾਰੇ ਜੋ ਕਰਮ ਕਰਾਉਂਦਾ ਹੈ ਕੋਲੇ ਖੜ ਬੈਠ ਕੇ ਜੋ ਪ੍ਰਬੰਧ ਕਰਦਾ ਜਿਹਦੀ ਰੇਖ ਦੇਖ ਹੇਠ ਉਹ ਪੂਜਾ ਪ੍ਰਤਿਸ਼ਠਾ ਚਲਦੀ ਹੋਵੇ। ਹਾਂਜੀ। ਕੋਟ ਕੋਟ ਬੁਲਾਏ ਰਿਤਜ ਕੋਟ ਬ੍ਰਹਮ ਬੁਲਾਏ। ਕੋਟ ਕੋਟ ਬਨਾਏ ਬਿੰਜਨ ਭੋਗੀਐ ਬਹੁ ਪਾਏ। ਜਤਰ ਤਤਰ ਸਮਗਰ ਕਾ ਕਹੂੰ ਲਾਗ ਹੈ ਨਿਰਪਰਾਏ। ਰਾਜ ਸੂਏ ਕਰਹਿ ਲੱਗੇ ਸਭ ਧਰਮ ਕੋ ਚਿਤ ਚਾਏ। ਏਕ ਏਕ ਸੋ ਵਰਨ ਕੋ ਦਜ ਏਕ ਦੀਜੈ ਭਾਰ। 100 ਗਜ 100 ਰਥ ਦੋਏ ਸਹੰਸਰ ਤੁਖਾਰ। ਸਹੰਸ ਚਤਰ ਸੋ ਵਰਨ ਸਿੰਘੀ ਮਹਿਖ ਦਾਨ ਅਪਾਰ। ਏਕ ਏਕ ਹੈ ਦੀਜੀਐ ਸੁਨ ਰਾਜ ਰਾਜ ਅਵਤਾਰ। ਸਵਰਨ ਦਾਨ ਸੋ ਰੁਕਮ ਦਾਨ ਸੋ ਤਾਂਬਰ ਦਾਨ ਅਨੰਤ। ਅੰਨ ਦਾਨ ਅਨੰਤ ਦੀਜਤ ਦੇਖ ਦੀਨ ਦੁਰੰਤ। ਬਸਤਰ ਦਾਨ ਪਟੰਬਰ ਦਾਨ ਸੋ ਸ਼ਸਤਰ ਦਾਨ ਦਿਜੰਤ। ਭੂਪ ਪਿਛਕ ਹੋਏ ਗਏ ਸਭ ਦੇਸ ਦੇਸ ਦੁਰੰਤ। ਚਤਰ ਕੋਸ ਬਨਾਏ ਕੁੰਡਕ ਸਹਸਰ ਲਾਏ ਪਰਨਾਰ। ਸਹਸਰ ਚਤਰ ਕੋਸ ਬਨਾਏ ਕੁੰਡਕ 4 ਕੋਹਾਂ ਦਾ ਕੁੰਡ ਬਣਾਇਆ ਜਿਹਦੇ ਚ ਹਵਨ ਕਰਨਾ ਸੀ। ਤੇ 1000 ਵਿੱਚ ਪ੍ਰਣਾਲੇ ਲੱਗੇ ਸਨ ਜਿਹਦੇ ਚ ਘਿਓ ਦੀ ਧਾਰ ਪੈਂਦੀ ਸੀ। ਹਾਂਜੀ। ਸਹਸਰ 9000। ਠੀਕ ਹੈ। ਚਤਰ ਕੋਸ ਬਨਾਏ ਕੁੰਡਕ ਸਹਸਰ ਲਾਏ ਪਰਨਾਰ। ਸਹੰਸਰ ਹੋਮ ਕਰੈ ਲੱਗੈ ਤਿਜ ਬੇਦ ਬਿਆਸ ਅਵਤਾਰ। ਹਸਤ ਸੁੰਡ ਪਰਮਾਨ ਕ੍ਰਿਤ ਕੀ ਪਰਤ ਧਾਰ ਅਪਾਰ। ਹੋਤ ਭਸਮ ਅਨੇਕ ਬਿੰਜਨ ਲਪਟ ਝਪਟ ਕਰਾਲ। ਮਿਰਤਕਾ ਸਭ ਤੀਰਥ ਕੀ ਸਭ ਤੀਰਥ ਕੋ ਲੈ ਬਾਰ। ਕਾਸ਼ਟ ਕਾ ਸਭ ਦੇਸ ਕੀ ਸਭ ਦੇਸ ਕੀ ਜਿਉ ਨਾਰ। ਭਾਂਤ ਭਾਂਤਨ ਕੇ ਮਹਾਰਸ ਹੋਮੀਐ ਤਿਹ ਮਾਹੇ। ਦੇਖ ਚਕਰਤ ਰਹਿ ਦਿਜੰਬਰ ਰੀਜ ਹੀ ਨਰ ਨਾਹ। ਭਾਂਤ ਭਾਂਤ ਇੱਥੇ ਪਾਠ
ਇਹ ਇਹਦਾ ਦੇਖੋ ਵੀ ਕਿਤੇ ਨਾਹੇ ਤਾਂ ਨਹੀਂ ਕਿਤੇ ਨਾ ਹੀ ਠੀਕ ਆ। ਕਦੇ ਤੁਕਾਂਤ ਮਿਲਣ ਦੀ ਨਾ ਸਮਝ ਲਿਆ ਜਾਵੇ। ਉੱਥੇ ਮਾਹੇ ਆ ਭਾਂਤ ਭਾਂਤਨ ਕੇ ਮਹਾਰਸ ਹੋਮੀਏ ਤੇ ਮਾਹੇ ਦੇਖ ਚੱਕਰ ਤਰਹਿ ਦਿਜੰਬਰ ਰੀਝ ਹੀ ਨਰ ਨਾਹਾ। ਇਸ ਪ੍ਰਕਾਰ ਭਾਂਤ ਭਾਂਤ ਅਨੇਕ ਬਿੰਜਨ ਹੋਮੀਐ ਤਿਹ ਆਨ ਚਤੁਰ ਬੇਦ ਪੜੈ ਚਤੁਰ ਸਭ ਬਿਪ ਬਿਆਸ ਸਮਾਨ। ਭਾਂਤ ਭਾਂਤ ਅਨੇਕ ਭੂਪਤ ਦੇਤ ਦਾਨ ਅਨੰਤ ਭੂਮ ਪੂਰ ਉਠੀ ਜਾਇਤ ਧੁਨ ਜਤਰ ਤਤਰ ਦੁਰੰਤ। ਜੀਤ ਜੀਤ ਮਵਾਸ ਆਸਨ ਅਰਬ ਖਰਬ ਛਨਾਏ ਆਨ ਆਨ ਦੀਏ ਦਜਾਨਨ ਜਗ ਮੈਂ ਕੁਰ ਰਾਏ। ਭਾਂਤ ਜੀਤ ਜੀਤ ਮਵਾਸ ਆਸਨ ਅਰਬ ਖਰਬ ਛਨਾਏ ਆਨ ਆਨ ਦੀਏ ਦਜਾਨਨ ਜਗ ਮੈਂ ਕੁਰ ਰਾਏ। ਤੂੰ ਰਾਜਿਆਂ ਦੇ ਖਜ਼ਾਨਿਆਂ ਵਿੱਚੋਂ ਅਰਬਾਂ ਖਰਬਾਂ ਖਜ਼ਾਨੇ ਖੋਹ ਕੇ ਲੈ ਆਉਂਦੇ ਤੇ ਇੱਥੇ ਆਣ ਕੇ ਬ੍ਰਾਹਮਣਾਂ ਨੂੰ ਦੇ ਦਿੱਤੇ ਜਾਂਦੇ, ਜਿਹੜੇ ਜੱਗ ਵਿੱਚ ਪੁਖਤ ਦੁਖੀ ਹੋ ਕੇ ਕੁਰਲਾਉਂਦੇ ਸਨ। ਤੋ ਇਹ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਮਹਾਰਾਜ ਨੇ ਦੱਸਣਾ ਕੀਤਾ ਹੈ। ਇਹ ਰਾਜੇ ਯੁਧਿਸ਼ਟਰ ਨੂੰ ਧਰਮ ਪੁੱਤਰ ਕਿਹਾ ਜਾਂਦਾ ਹੈ। ਉਹਨੇ ਆਪਣੇ ਛੋਟੇ ਰਾਜਾਂ ਦਾ ਰਾਜ ਖੋਹਣ ਲਈ ਸੀ ਧਰਮ ਪੁੱਤਰ, ਪਰ ਆਪਣੇ ਛੋਟੇ ਰਾਜਾਂ ਦਾ ਰਾਜ ਖੋਹਣ ਲਈ, ਰਾਜ ਜ਼ਬਤ ਕਰਨ ਲਈ ਆਪਣੀ ਜ਼ੋਰ ਦੀ ਵਰਤੋਂ ਕੀਤੀ ਹੈ। ਅਰਬਾਂ ਖਰਬਾਂ ਰੁਪਏ ਦੀ ਸਮੱਗਰੀ ਉਹਨਾਂ ਤੋਂ ਖੋਹ ਕੇ ਅੱਗ ਵਿੱਚ ਪਾ ਕੇ ਸਾੜ ਕੇ ਸੁਆਹ ਕਰ ਦਿੱਤੀ ਹੈ। ਆ ਪੜ੍ਹਦੇ ਨੇ ਜੀਤ ਜੀਤ ਦੇ ਮਵਾਸ ਆਸਨ ਅਰਬ ਖਰਬ ਛਨਾਏ, ਉਹਨਾਂ ਤੋਂ ਖੋਹ ਲਿਆ ਸਭ ਕੁਛ। ਹਾਂਜੀ ਚਲੋ। ਜੀਤ ਜੀਤ ਮਵਾਸ ਆਸਨ ਅਰਬ ਖਰਬ ਛਨਾਏ ਆਨ ਆਨ ਦੀਏ ਦਜਾਨਨ ਜਗ ਮੈਂ ਕੁਰ ਰਾਏ। ਭਾਂਤ ਭਾਂਤ ਅਨੇਕ ਧੂਪ ਸੋ ਧੂਪੀਐ ਤਿਹ ਆਨ ਭਾਂਤ ਭਾਂਤ ਉਠੀ ਜੈ ਧੁਨ ਜਤਰ ਤਤਰ ਦਿਸਾਨ। ਪਹਿਲਾਂ ਪਿੱਛੇ ਜੈਤ ਧੁਨ ਆਇਆ, ਇੱਥੇ ਜੈ ਧੁਨ ਆਇਆ। ਉੱਥੇ ਜੈਤ ਹੀ ਸ਼ੋਧਾ, ਇੱਥੇ ਜੈ। ਠੀਕ ਹੈ। ਜਰਾ ਸਿੰਧਹ ਮਾਰ ਕੈ ਪੁਨ ਕੈਰਵਾ ਹੱਥ ਪਾਏ ਰਾਜ ਸੂਏ ਕੀਓ ਵੱਡੋ ਮਖ ਕਿਸਨ ਕੇ ਮਤ ਪਾਏ। ਰਾਜ ਸੂਏ ਸੋ ਕਹਿ ਕਿਤੇ ਦਿਨ ਜੀਤ ਸਤਰ ਅਨੰਤ ਬਾਜ ਮੇਦ ਆਰੰਭ ਕੀਨੂ ਵੇਦ ਬਿਆਸ ਮਤੰਤ। ਪ੍ਰਥਮ ਜਗ ਸਮਾਪਤ ਹੈ ਸ੍ਰੀ ਵਰਨ ਬਦ ਚੰਦਰ ਵਰਨ ਸੋ ਕਰਨ ਸਿਆਮ ਸੁਵਰਨ ਪੂਸ਼ ਸਮਾਨ। ਰਤਨ ਤੁੰਗ ਉਤੰਗ ਬਾਜਤ ਉੱਚ ਸਰਵਾਹ ਸਮਾਨ। ਨਿਰਤ ਕਰਤ ਚੱਲੈ ਧਰਾ ਪਰ ਕਾਮ ਰੂਪ ਪਰ ਪਾਏ। ਫੜਿਓ ਫੇਰ ਰਤਨ ਤੁੰਗ ਉਤੰਗ ਬਾਜਤ ਉੱਚ ਸਰਵਾਹ ਸਮਾਨ। ਹਾਂ ਉੱਚ ਸਰਵਾਹ ਇਹ ਸੂਰਜ ਦੇ ਘੋੜੇ ਦਾ ਨਾਮ ਹੈ ਜੀ, ਉੱਚ ਸਰਵਾਹ। ਹਾਂ ਚਲੋ। ਨਿਰਤ ਕਰਤ ਚੱਲੈ ਧਰਾ ਪਰ ਕਾਮ ਰੂਪ ਪਰ ਪਾਏ। ਦੇਖ ਦੇਖ ਸਕੈ ਸਭੈ ਨ੍ਰਿਪ ਰੀਜਿਓ ਨ੍ਰਿਪ ਰਾਏ। ਬੀਣ ਬੀਣ ਮਿਰਦੰਗ ਬਾਜਤ ਬਾਸੁਰੀ ਸੁਰ ਨਾਏ। ਮੁਰਜ ਤੂਰ ਮੁਚੰਗ ਮੰਦਲ ਚੰਗ ਬੰਗ ਸਨਾਏ। ਮੁਰਜ ਤੂਰ ਮੁਚੰਗ ਮੰਦਲ ਚੰਗ ਬੰਗ ਸਨਾਏ। ਢੋਲ ਢੋਲਕ ਖੰਗ ਖੰਜ ਕਾ ਡਫ ਝਾਂਝ ਕੋਟ ਬਜੰਤ। ਢੋਲ ਢੋਲਕ ਖੰਜ ਕਾ ਡਫ ਝਾਂਝ ਕੋਟ ਬਜੰਤ। ਜੰਗ ਘੁੰਗਰੂ ਟਲ ਕਾ ਉਪਜੰਤ ਰਾਗ ਅਨੰਤ। ਅਮਿਤ ਸ਼ਬਦ ਬਜੰਤ ਵੱਡੇ ਘੁੰਗਰੂ। ਇੱਕ ਛੋਟਾ ਘੁੰਗਰੂ ਹੁੰਦਾ ਤੇ ਕਈ ਵਾਰੀ ਕੰਡਿਆਲ ਦੇਖੀਏ ਨਾ, ਉਹਨੂੰ ਕਹਿੰਦੇ ਘੜਿਆਲ ਪਾਇਆ ਹੁੰਦਾ। ਪੁਰਾਣੇ ਲੋਕ ਮੱਝਾਂ ਦੇ ਪਾਉਂਦੇ ਸਨ ਜਾਂ, ਤੇ ਉਹਦੇ ਵਿਚਾਲੇ ਇੱਕ ਵੱਡਾ ਟਲ, ਉਹਨੂੰ ਜੰਗ ਘੁੰਗਰੂ ਕਹਿੰਦੇ। ਮੈਂ ਦੇਖੇ ਆ, ਉਹ ਸਾਡੇ ਬਜ਼ੁਰਗਾਂ ਦੇ ਘੋੜੀਆਂ ਘੜੀਆਂ ਰੱਖਦੇ ਸਨ ਉਹ, ਤੇ ਉਹ ਦੇਖੀ ਆ ਉਹਦੀ ਪਾਉਣ ਵਾਲੀ ਗਲ 'ਚ ਮਾਲਾ ਉਹਨੂੰ ਕਹਿੰਦੇ। ਤੇ ਉਹ ਜੰਗ ਘੁੰਗਰੂ ਵਿਚਾਲੇ ਸੀ, ਬਾਕੀ ਛੋਟੀਆਂ ਛੋਟੀਆਂ ਟੱਲੀਆਂ ਪਾਸੇ ਟੱਲੀਆਂ। ਹਾਂਜੀ। ਢੋਲ ਢੋਲਕ ਖੰਜ ਕਾ ਡਫ ਝਾਂਝ ਕੋਟ ਬਜੰਤ। ਜੰਗ ਘੁੰਗਰੂ ਟਲ ਕਾ ਉਪਜੰਤ ਰਾਗ ਅਨੰਤ। ਜੰਗ ਘੁੰਗਰੂ ਇਹ ਇਕੱਠਾ ਹੀ ਹੈ ਪਾਠ। ਜੰਗ ਘੁੰਗਰੂ
ਇਥੇ ਅਟਕਣਾ। ਜੰਗ ਘੁੰਗਰੂ ਟਲ ਕਾ। ਜੰਗ ਘੁੰਗਰੂ ਟਲ ਕਾ ਉਪਜੰਤ ਰਾਗ ਅਨੰਤ ਅਮਿਤ ਸ਼ਬਦ ਬਜੰਤਰ ਭੇਰ ਹਰੰਤ ਬਾਜ ਅਪਾਰ ਜਾਤ ਜੌਨ ਦਿਸਾਨ ਕੋ ਪਛ ਲਾਗ ਹੀ ਸਿਰਦਾਰ ਜੌਨ ਬਾਦ ਤੁਰੰਗ ਝੂਜਤ ਜੀਤੀਐ ਕਰ ਜੁੱਧ ਆਨ ਜੌਨ ਮਿਲੈ ਬਚੈ ਨਹਿ ਮਾਰੀਐ ਕਰ ਕ੍ਰੋਧ। ਆਣ ਜੌਨ ਮਿਲੈ ਬਚੈ, ਜਿਹੜਾ ਆਣ ਕੇ ਮਿਲਿਆ ਉਹ ਬਚ ਗਿਆ। ਆਣ ਜੌਨ ਮਿਲੈ ਬਚੈ, ਮਿਲੈ ਤੇ ਥੋੜਾ ਜਿਹਾ ਜਮਕ ਤੇ ਬਚੈ ਤੇ ਪੂਰਾ ਵਿਸਰਾਮ। ਆਣ ਜੌਨ ਮਿਲੈ ਬਚੈ, ਜਿਹੜਾ ਮਿਲੈ ਉਹ ਬਚੈ ਬਚ ਗਿਆ। ਨਹਿ ਮਾਰੀਐ ਕਰ ਕ੍ਰੋਧ। ਪੜੋ। ਆਨ ਜੌਨ ਮਿਲੈ ਬਚੈ ਨਹਿ ਮਾਰੀਐ ਕਰ ਕ੍ਰੋਧ ਹੈ ਫੇਰ ਚਾਰ ਦਿਸਾਨ ਮੈਂ ਸਭ ਜੀਤ ਕੈ ਛਤਪਾਲ ਬਾਜ ਮੇਦ ਕਰਿਓ ਸਪੂਰਨ ਅਮਿਤ ਜਗ ਰਿਸਾਲ ਭਾਂਤ ਭਾਂਤ ਅਨੇਕ ਦਾਨ ਸੋ ਦੀਜੀ ਅਹਦ ਜਰਾਜ ਭਾਂਤ ਭਾਂਤ ਪਟੰਬਰਾਦਿਕ ਬਾਜਿਓ ਗਜਰਾਜ ਅਨੇਕ ਦਾਨ ਦੀਏ ਦਜਾਨਨ ਅਮਿਤ ਦਰਬ ਅਪਾਰ ਹੀਰ ਚੀਰ ਪਟੰਬਰਾਦ ਸਵਰਨ ਕੇ ਬਹੁ ਭਾਰ ਦੁਸ਼ਟ ਪੁਸ਼ਟ ਤਰਸੇ ਸਭੈ ਥਰ ਹਰਿਓ ਸੁਨ ਗਿਰ ਰਾਏ ਕਾਟ ਕਾਟ ਨਾ ਦੈ ਦਵਜੈ ਨ੍ਰਿਪ ਬਾਂਟ ਬਾਂਟ ਲੁਟਾਏ। ਇਹ ਪੰਕਤੀ ਅੱਗੇ ਰਾਮਾ ਅਵਤਾਰ ਚ ਵੀ ਆਪਣੀ ਦਰਸ਼ਨ ਕਰਾਂਗੇ ਆਪਾਂ। ਇੱਥੇ 140 ਅੰਗ ਤੇ ਆ। ਇਹ ਅੱਗੇ ਪੰਕਤੀ ਰਾਮਾ ਅਵਤਾਰ ਵਿੱਚ ਵੀ ਆਏਗੀ। ਹਾਂਜੀ ਚਲੋ। ਫੇਰ ਕਹਿ ਸਭ ਦੇਸ ਮੈਂ। ਜਿੱਥੋਂ ਸਿੱਧ ਹੁੰਦਾ ਵੀ ਅਸੀਂ ਬਹੁਤ ਸਾਰੇ ਸਾਡੇ ਵਿਦਵਾਨ ਨੇ, ਮੈਂ ਗੱਲ ਕਹਿੰਦਾ ਤਾਂ ਨਹੀਂ, ਚਲੋ ਫੇਰ ਵੀ ਜ਼ਿਆਦਾ ਯਾਦ ਕਰਾ ਦਿਆਂ। ਉਹ ਦੁਬਦਾ ਜੀ ਵਾਲੀ ਗੱਲ ਤੱਕ ਜੀ ਨਾ। ਪਰ ਜਿਹੜੇ ਕਈ ਇਸ ਤਰ੍ਹਾਂ ਕਹਿੰਦੇ ਵੀ 10 ਗ੍ਰੰਥੀ ਤੇ ਕੁਮਾਰੇ ਦੀ ਬਾਣੀ ਤੇ ਗਾਂ 24 ਅਵਤਾਰ ਤੇ ਕਿੰਤੂ ਪਰੰਤੂ ਕਰ ਜਾਂਦੇ ਨੇ। ਪਰ ਭਲਿਓ ਦੇਖੋ ਵੀ ਆ ਜਿਹੜੀਆਂ ਪੰਕਤੀਆਂ ਇੱਥੇ ਗਿਆਨ ਪ੍ਰਬੋਧ ਵਿੱਚ ਨੇ, ਉਹ ਅੱਗੇ ਰਾਮਾ ਅਵਤਾਰ ਵਿੱਚ ਵੀ ਆ ਰਹੀਆਂ ਨੇ। ਤਾਂ ਕਰਕੇ ਜਿੱਥੋਂ ਸਿੱਧ ਹੁੰਦਾ ਹੈ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਆਪਣੀ ਮੁਬਾਰਕ ਕਾਨੀ ਤੋਂ ਸਾਰੀ ਇਹ ਲਿਖਤ ਹੋਈ ਹੈ ਬਾਣੀ ਸਾਰੀ। ਹਾਂਜੀ। ਫੇਰ ਕਹਿ ਸਭ ਦੇਸ ਮੈਂ ਹੈ ਮਾਰਿਓ ਮਖ ਜਾਏ ਕਾਟ ਕੈ ਤਿਹ ਕੂਤਬੈ ਪਲ ਕੈ ਕਰੈ ਚਤ ਪਾਏ ਏਕ ਬਿਪਰਨ ਏਕ ਛਤਰਨ ਏਕ ਇਸਤਰਨ ਦੀਨ ਚਤਰ ਅੰਸ ਬਚਿਓ ਜੋ ਤਾਦੇ ਹੋਮ ਮੈਂ ਵਹਿ ਕੀਨ ਪੰਜ ਸਹਿ ਬਰਖ ਪਰਮਾਨ ਸੋ ਰਾਜ ਕੈ ਇਹ ਦੀਪ ਅੰਤ ਜਾਏ ਗਿਰੇ ਰਸਾਤਲ ਪੰਡ ਪੁੱਤਰ ਮਹੀਪ ਭੂਮ ਭਰਤ ਭਏ ਪਰੀਸ਼ਤ ਪਰਮ ਰੂਪ ਮਹਾਨ ਅਮਿਤ ਰੂਪ ਉਦਾਰ ਦਾਨ ਅਛਜ ਤੇਜ ਨਿਧਾਨ ਸ੍ਰੀ ਗਿਆਨ ਪ੍ਰਬੋਧ ਪੋਥੀ ਦੁਤੀਆ ਜਗ ਸਮਾਪਤੰ। ਹਾਂਜੀ, ਇਹ ਦੂਸਰਾ ਜਗ ਉਹ ਇੱਥੇ ਸੰਪੂਰਨ ਹੁੰਦਾ। ਇੱਥੋਂ ਤੱਕ ਇਹ ਸੰਕੋਚਵੀਂ ਜੀ ਕਥਾ ਸੱਚੇ ਪਾਤਸ਼ਾਹ ਨੇ ਇਹ ਦਿਖਾਈ ਆ ਵੀ ਰਾਜਾ ਭੀਸ਼ ਦਾ ਪਿਛੋਕੜ ਦੱਸ ਕੇ ਕਿ ਉਹ ਪਾਂਡਵ ਜਿਨ੍ਹਾਂ ਨੇ 500 ਬੁਰਾ ਇਸ ਧਰਤੀ ਦਾ ਰਾਜ ਕੀਤਾ ਤੇ ਕਿੱਥੋਂ ਤੱਕ ਜਗਦਾਨ ਦੇ ਪ੍ਰਤਾਪ ਦਾ ਝੰਡਾ ਚਲਾਇਆ। ਖਜ਼ਾਨਾ ਰਾਜੀ ਜਿੱਤੇ ਸਾਹਮਣੇ ਆ ਕੇ ਨਾੜ ਆ ਸਕਿਆ ਕੋਈ ਇਹਨਾਂ ਦੇ ਜੰਗਾਂ ਜੁੱਧਾਂ ਵਿੱਚ ਲੱਖਾਂ ਪੁਰਸ਼ ਮਾਰ ਸੁੱਟੇ, ਆਪਣਾ ਬਲ ਪ੍ਰਤਾਪ ਦਾ ਧੁੰਸਾ ਵਜਾਇਆ ਤੇ ਅੰਤ ਕੀ ਹੈ, ਪਹਾੜ ਦੀ ਬਰਫਾਂ ਵਿੱਚ ਜਾ ਕੇ ਗਲ ਸੜ ਗਏ ਨੇ। ਤੋ ਐਸੀ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਗਿਆਨ ਦਰਸਾਉਣਾ ਕੀਤਾ। ਮਹਾਰਾਜ ਦੀ ਇਹ ਬਾਣੀ ਐਸੀ ਆ ਜਿਵੇਂ ਰਾਜਾ ਭੀਸ਼ਤ ਨੇ ਸ਼੍ਰੀ ਵੇਦ ਵਿਆਸ ਤੋਂ ਆਪਣੇ ਬਜ਼ੁਰਗਾਂ ਦੀ ਕਥਾ ਸੁਣ ਕੇ ਕਿਹਾ ਸੀ ਕਿ ਜਦੋਂ ਅਸੀਂ ਜਾਣਦੇ ਹਾਂ ਕਿ ਜੂਆ ਖੇਡਣਾ ਠੀਕ ਨਹੀਂ ਤਾਂ ਫਿਰ ਕਿਉਂ ਖੇਡਦੇ। ਵੇਦ ਵਿਆਸ ਨੇ ਕਿਹਾ ਸੀ ਕਿ ਭਾਈ ਹੋਣੀ ਪਰਬਲਾ ਉਹ ਜੋ ਹੋ ਕੇ ਰਹਿੰਦੀ ਹੈ। ਦਵਾਈ ਦਾ ਇਲਾਜ ਉੱਥੇ ਹੈ ਜਿੱਥੋਂ ਤੱਕ ਕੁਦਰਤ ਵਾਲੇ ਦੀ ਮਿਹਰ ਹੋਵੇ। ਜੇ ਉਹਦੀ ਮਿਹਰ ਨਹੀਂ ਤੇ ਦਵਾਈ ਵੀ ਨਹੀਂ ਫਿਰ ਕੰਮ ਕਰਦੀ। ਐਸੇ ਇਹ ਆਓ ਦਰਸ਼ਨਦਾਰ ਕਰਦੇ ਹਾਂ। ਹਾਂਜੀ। ਅਥ ਰਾਜਾ ਪ੍ਰੀਸ਼ਤ ਕੋ ਰਾਜ ਕਥਨੰ ਰੁਆਲ ਛੰਦ
ਏਕ ਦਿਵਸ ਪਰੀਸ਼ਤ ਹੈ ਮਿਲ ਕੀਓ ਮੰਤਰ ਮਹਾਨ ਗਜਾ ਮੇਦ ਸੋ ਜਗ ਕੋ ਕਿਉ ਕੀਜੀਐ ਸਵਧਾਨ। ਸਵਾਧਾਨ ਕੇ ਸਵਧਾਨ ਜੀ। ਅੱਛਾ ਚਲੋ ਸਵਾਧਾਨ ਪਾਠ ਇੱਧਰ ਮੇਰੇ ਕੋਲ ਸਵਧਾਨ ਇਹ ਵੀ ਹੋਊਗਾ। ਚਲੋ ਸਵਾਧਾਨ ਵੀ ਕਰ ਲਓ ਪਾਠ ਦੂਸਰਾ, ਪਹਿਲਾਂ ਸਵਧਾਨ ਤੇ ਸਵਾਧਾਨ ਵੀ ਪਾਠ ਦੋਵੇਂ ਪ੍ਰਚਲਿਤ ਨੇ। ਚਲੋ ਗਜਾ ਮੇਦ ਸੋ ਜਗ ਕੋ ਕਿਉ ਕੀਜੀਐ ਸਵਾਧਾਨ ਬੋਲ ਬੋਲ ਸੋ ਮਿੱਤਰ ਮੰਤਰਨ ਮੰਤਰ ਕੀਓ ਵਿਚਾਰ ਸੇਤ ਦੰਤ ਮੰਗਾਏ ਕੈ ਬਹੁ ਜਗਤ ਸੋ ਵਿਚਾਰ ਜਗ ਮੰਡਲ ਕੋ ਰਚਿਓ ਤਹ ਕੋਟ ਅਸ਼ਟ ਪਰਮਾਨ ਅਸ਼ਟ ਸਹੰਸਰ ਬੁਲਾਏ ਰਿਤਜ ਅਸ਼ਟ ਲਛ ਵਿਦਿਆਨ ਭਾਂਤ ਭਾਂਤ ਬਨਾਏ ਕੈ ਤਹਾਂ ਅਸ਼ਟ ਸਹੰਸਰ ਪ੍ਰਨਾਰ ਹਸਤ ਸੁੰਡ ਪਰਮਾਨ ਤਾ ਮਹਿ ਹੁਮੀਐ ਕ੍ਰਿਤ ਧਾਰ ਦੇਸ ਦੇਸ ਬੁਲਾਏ ਕੈ ਬਹੁ ਭਾਂਤ ਭਾਂਤ ਨਿਰਪਾਲ ਭਾਂਤ ਭਾਂਤਨ ਕੇ ਦੀਏ ਬਹੁ ਦਾਨ ਮਾਨ ਰਸਾਲ ਹੀਰ ਜੀਰ ਪਟੰਬਰਾਦਿਕ ਬਾਜਿਓ ਗਜਰਾਜ ਸਾਜ ਸਾਜ ਸਬੈ ਦੀਏ ਬਹੁ ਰਾਜ ਕਉ ਨਿਰਪਰਾਜ ਐਸ ਭਾਂਤ ਕੀਓ ਤਹਾਂ ਬਹੁ ਬਰਖ ਲਓ ਦੇਹ ਰਾਜ ਕਰਨ ਦੇਵ ਪਰਮਾਨ ਲਾਓ ਅਰਜੀਤ ਕੈ ਬਹੁ ਸਾਜ ਏਕ ਦਿਵਸ ਚੜਿਓ ਨਿਰਪ ਬਰ ਸੈਲ ਕਾਜ ਅਖੇਟ ਦੇਖ ਮ੍ਰਿਗ ਭਇਓ ਤਹਾਂ ਮੁਨ ਰਾਜ ਸਿਓ ਭਈ ਭੇਟ ਪੈਠ ਯਾਹ ਗਇਓ ਨਹੀਂ ਮ੍ਰਿਗ ਰੇ ਰਖੀਸਰ ਬੋਲ। ਹਾਂ ਜਿਵੇਂ ਇੱਥੇ ਵਿਸਰਾਮ ਲੱਗਿਆ ਸ਼ੁੱਧ ਇਸੇ ਪ੍ਰਕਾਰ ਆਪਾਂ ਨੇ ਧਿਆਨ ਦੇਣਾ, ਬਾਕੀਆਂ ਨੋਟ ਕਰ ਲੈਣਾ। ਪੈੜ ਯਾਹੇ ਗਇਓ ਨਹੀਂ ਮਿਰਗ ਰੇ ਰਖੀਸਰ ਬੋਲ। ਹਾਂਜੀ ਹਾਂ ਰਾਜਾ ਪ੍ਰੀਤ ਚੜਿਆ ਸ਼ਿਕਾਰ ਨੂੰ ਅੱਗੇ ਜਾ ਰਿਹਾ, ਸ਼ਿਕਾਰ ਕਿਤੇ ਮਿਲਿਆ ਨਹੀਂ, ਘੋੜਾ ਮਗਰੇ ਲਾਤਾ। ਅੱਗੇ ਰਿਸ਼ੀ ਜੀ ਬੈਠੇ ਸਨ ਤੇ ਆਪਣੀ ਸਮਾਧੀ 'ਚ ਸਨ। ਉਹਨੂੰ ਸੰਤਾਂ ਨੂੰ ਰਿਸ਼ੀ ਜੀ ਨੂੰ ਪੁੱਛਣ ਲੱਗੇ, ਹੇ ਰਿਸ਼ੀ ਜੀ ਇਹ ਮੈਨੂੰ ਦੱਸ ਵੀ ਇੱਧਰ ਕੋਈ ਮਿਰਗ ਤਾਂ ਨਹੀਂ ਲੰਘਿਆ? ਤੇ ਉਹਦਾ ਵਿਚਾਰੇ ਸਮਾਧੀ ਵਿੱਚ ਸਨ, ਉਹਨੇ ਕੀ ਉੱਤਰ ਦੇਣਾ ਸੀ? ਤੇ ਫਿਰ ਇਹਨੂੰ ਸੱਪ ਮਰਿਆ ਪਿਆ ਸੀ, ਉਹ ਝੱਕ ਕੇ ਉਹਦੇ ਗਲ 'ਚ ਪਾ ਦਿੱਤਾ ਆਪਣੇ ਧਨਖ ਨਾਲ ਉਠਾ ਕੇ। ਅੱਗੇ ਚੱਲ ਗਿਆ ਤੇ ਰਿਸ਼ੀ ਜੀ ਨੇ ਅੱਗੇ ਫਿਰ ਅੱਖਾਂ ਖੋਲ ਕੇ ਦੇਖਿਆ, ਇਹ ਉਹ ਡਰ ਗਏ ਨੇ ਰਿਸ਼ੀ ਜੀ ਵੀ, ਆਹੋ ਤੁਹਾਡਾ ਭਲਾ ਹੋ ਜਿਆ ਕੀ ਹੋ ਗਿਆ? ਤੇ ਫਿਰ ਉਹਨਾਂ ਨੇ ਕ੍ਰੋਧ ਵਿੱਚ ਆਣ ਕੇ ਇਹਨੂੰ ਸ਼ਰਾਪ ਦੇ ਦਿੱਤਾ ਸੀਗਾ ਵੀ ਜਿਹੜਾ ਮੇਰੇ ਗਲ 'ਚ ਸੱਪ ਡਰ ਗਿਆ ਉਹਨੂੰ ਸੱਪ ਹੀ ਮਾਰੂਗਾ, ਸੱਪ ਲੜ ਕੇ ਮਰੇਗਾ। ਇਹ 7 ਦਿਨਾਂ ਵਿੱਚ ਮੇਰਾ ਸ਼ਰਾਪ ਪੂਰਾ ਹੋ ਜਾਣਾ। ਇਹ ਰਿਸ਼ੀ ਨੇ ਨਾਲ ਹੀ ਬਚਨ ਕਰਦੇ, ਆਪਾਂ ਦਰਸ਼ਨਦਾਰੇ ਕਰਾਂਗੇ। ਤੋ ਇਹ ਸ਼ਰਾਪ ਨੂੰ ਸੁਣ ਕੇ ਤੇ ਰਾਜੇ ਨੇ ਇੱਕ ਬੜਾ ਮੰਦਰ ਉਸਾਰ ਲਿਆ ਸੀ ਜਿੱਥੇ ਕੋਈ ਪਹੁੰਚ ਨਹੀਂ ਸਕਦਾ, ਤੇ ਉੱਥੇ ਇਹ ਗੰਗਾ ਦੇ ਵਿੱਚ ਲਿਖਿਆ। ਤੋ ਸਮਾਂ ਪਰਮੇਸ਼ਰ ਦਾ ਐਸਾ ਆਇਆ ਵੀ ਉਹ ਰਾਜ ਨੂੰ ਫਿਰ ਰਾਜੇ ਨੂੰ ਸੱਪ ਨੇ ਡਸ ਦਿੱਤਾ ਸੀ। ਉਹ ਡਸਣ ਦਾ ਵੀ ਇਸ ਪ੍ਰਕਾਰ ਸੀ ਕਾਰਨ ਵੀ ਉਹਦੇ ਵਿੱਚ ਪੂਜਾ ਤਾਂ ਕਰਦਾ ਹੀ ਸੀ, ਪਾਠ ਪੂਜਾ ਜਾਪ ਸੁਣਦਾ ਸੀ। ਉਹ ਜੋ ਫਿਰ ਪੂਜਾ ਲਈ ਫੁੱਲ ਜਾਂਦੇ ਸਨ, ਉਹ ਜਿਹੜੇ ਫੁੱਲ ਉੱਥੇ ਗਏ ਨੇ ਤੇ ਫੁੱਲ ਪੂਜਾ ਤੋਂ ਬਾਅਦ ਇਹਨੂੰ ਦਿੱਤੇ ਨੇ, ਆਪਣੇ ਮੱਥੇ ਨੂੰ ਲਾਏ ਤੇ ਮੱਥੇ ਵਿੱਚ ਉਹ ਜਿਹੜੇ ਡੰਗ ਮਾਰਿਆ ਫੁੱਲ ਦੇ ਵਿੱਚ ਛੋਟਾ ਜਿਹਾ ਰੂਪ ਧਾਰਨ ਕਰਕੇ ਤਛਕ ਨਾਗ ਬੈਠਾ ਸੀ। ਇਹ 8 ਕੁਲਾਂ ਤਛਕ ਨਾਗ, ਇਹ ਇਹਨਾਂ ਦੀਆਂ ਕੁਲਾਂ 8 ਨੇ, ਮੈਨੂੰ ਯਾਦ ਨਹੀਂ, ਕਈ ਵਾਰੀ ਭੁੱਲ ਜਾਈਦਾ। ਤੇ 8 ਕੁਲੀ ਉਹਨਾਂ ਦਾ ਸ੍ਰੇਸ਼ਟ ਜਿਹੜਾ ਤੱਕੀ ਨਾਗ ਉਹ ਬੈਠਾ ਸੀ, ਉਹਨੇ ਡੰਗ ਮਾਰਿਆ ਜਿਸ ਕਰਕੇ ਇਹਦੀ ਮੌਤ ਹੋ ਜਾਂਦੀ ਹੈ। ਤੋ ਬੇਨਤੀ ਜੋ ਮੈਂ ਕਰਨੀ ਖਾਸ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਇਹ ਪਾਵਨ ਬਚਨ ਹੈ 1345 ਅੰਗ ਤੇ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਫਰਮਾਨ ਹੈ, ਬਹੁ ਜਤਨ ਕਰਦਾ ਬਲਵੰਤ ਕਾਰੀ ਸੇਵੰਤ ਸੂਰਾ ਚਤਰ ਦਿਸਹਿ ਬਿਖਮ ਥਾਨ ਬਸੰਤ ਉਚਹਿ ਨਹਿ ਸਿਮਰੰਤ ਮਰਨ ਕਨੰ ਚਹਿ ਹੋਵੰਤ ਆਗਿਆ ਭਗਵਾਨ ਪੁਰਖਾ ਹੈ ਨਾਨਕ ਕੀਟੀ ਸਾਸ ਅਕਰਖ ਤੇ। ਛੋਟੇ ਜਿਹੇ ਕੀਟ ਨੇ ਧੂਪ ਧਾਰ ਕੇ ਜੋ ਬਿਠਾਈ ਉਹਨੂੰ ਉੱਥੇ ਉਹਦੀ ਮੌਤ ਹੋ ਗਈ ਸੀ, ਡੰਗ ਦਿੱਤਾ ਸੀ।
ਤੋ ਆਓ ਐਸੇ ਸੱਚੇ ਪਾਤਸ਼ਾਹ ਦੇ ਬਚਨ ਨੇ। ਤੇ ਇਹ ਵਿਆਖਿਆ ਮੈਂ ਪਹਿਲਾਂ ਵੀ ਕਈ ਵਾਰੀ ਬੇਨਤੀ ਕੀਤੀ ਹੈ ਵੀ ਗੁਰਬਾਣੀ ਦਾ ਮੂਲ ਰੂਪ ਜੋ ਆਦਿ ਹੈ ਉਹਦੀ ਵਿਆਖਿਆ ਦਸਮ ਬਾਣੀ ਹੈ। ਬਿਖਮ ਥਾਨ ਬਸੰਤ ਉਚੈ ਨਹਿ ਸਿਮਰੰਤ ਮਰਨ ਕੰਦਾਚੇ ਨੂੰ ਮੌਤ ਦਾ ਡਰ ਹੀ ਨਹੀਂ ਸੀ। ਉਸ ਪਾਵਨ ਪੰਕਤੀ ਦੀ ਇਹ ਵਿਆਖਿਆ ਆਪਾਂ ਸਰਵਣ ਕਰ ਰਹੇ ਹਾਂ। ਆਓ ਦਰਸ਼ਨਦਾਰੇ ਨਾਲ ਨਾਲ ਕਰਦੇ ਹਾਂ ਜੀ। ਪੈੜ ਯਾਹੇ ਗਇਓ ਨਹੀਂ ਮ੍ਰਿਗ ਰੇ ਰਖੀਸਰ ਬੋਲ ਉਤਰ ਭੂਮਹਿ ਨਾ ਦਿਓ ਮੋਨ। ਹਾਂਜੀ ਭੂਮੈ ਨਹੀਂ ਹੈ ਫਿਰ ਉਤਰ ਭੂਪਹਿ ਨਾ ਦਿਓ ਮੋਨ ਆਂਖ ਭੀ ਇੱਕ ਖੋਲ। ਖੋਲ ਹਾਂਜੀ ਅੱਖਰ ਉਹੀ ਨੇ। ਖੋਲ ਕਹਿ ਦਈਏ ਹੋਰ ਬਣ ਜੂ, ਖੋਲ ਕਹਿ ਦਈਏ ਹੋਰ ਬਣ ਜੂਗਾ। ਉਚਾਰਨ ਦੇ ਨਾਲ ਅਰਥ ਬਣ ਜਾਣਾ, ਗੱਲ ਬਣ ਜਾਣੀ। ਖੋਲ ਖੋਲ ਅੱਖਾਂ ਨੂੰ ਖੋਲ ਕੇ ਉੱਤਰ ਦਿੱਤਾ ਹੀ ਨਹੀਂ। ਤੇ ਖੋਲ ਕਹਿ ਦਈਏ ਖੋਲ ਤੇ ਉਹ ਬਣ ਜੂਗਾ ਜਿਹੜਾ ਸਿਰ ਤੇ ਸਾਡੇ ਢੋਪ ਪਾਇਆ ਹੁੰਦਾ ਉਹਨੂੰ ਖੋਲ ਕਹਿੰਦੇ ਨੇ। ਜਾਂ ਅਸੀਂ ਪਿੰਡਾਂ ਦੇ ਪਹਿਲਾਂ, ਹੁਣ ਤੁਹਾਨੂੰ ਸ਼ਿਕਾਇਤ ਖਾਉਣੀ ਕੀ ਕਹਿੰਦੇ, ਪਹਿਲਾਂ ਕੋਲ ਪੋਪਲੇ ਜਾਂ ਖੋਲ ਕਹਿੰਦੇ ਸੀ। ਹਾਂਜੀ ਮਿਆਨ ਨੂੰ ਵੀ ਖੋਲ ਲਿਖਿਆ, ਖੰਡੇ ਦੇ ਮਿਆਨ ਨੂੰ ਵੀ ਖੋਲ। ਅੱਗੇ ਆਪਾਂ ਦਰਸ਼ਨਦਾਰੇ ਕਰਾਂਗੇ। ਪਿੱਛੇ ਬਚਿੱਤਰ ਨਾਟਕ 'ਚ ਆਪਾਂ ਇਹ ਪੜ੍ਹ ਆਏ ਹਾਂ। ਖੋਲ ਨਾ ਮਿਆਨ ਦਾ ਵੀ ਹੁੰਦਾ ਤੋ ਉਹ ਖੋਲ ਕਹਿਣਾ। ਠੀਕ ਹੈ। ਉਤਰ ਭੂਪਹਿ ਨਾ ਦਿਓ ਮੋਨ ਆਂਖ ਭੀ ਇੱਕ ਖੋਲ ਮਿਰਤਕ ਸਰਪ ਨਿਹਾਰ ਕੈ ਜੇ ਅਗਰ ਤਾਹ ਉਠਾਏ ਤੌਨ ਕੇ ਗਰ ਡਾਰ ਕੈ ਨ੍ਰਿਪ ਜਾਤ ਭਇਓ ਨ੍ਰਿਪਰਾਏ। ਆਂਖ ਉਘਾਰ ਲਖੈ ਕਹਾ ਮੋਨ ਸਰਪ ਦੇਖ ਡਰਾਨ ਕ੍ਰੋਧ ਕਰਤ ਭਇਓ ਤਹਾਂ ਦਿਜ ਰਗਤ ਨੇਤਰ ਚੁਚਾਨ। ਜੌਨ ਮੋਹ ਗਰ ਡਾਰ ਗਿਓ ਤਿਹ ਕਾਟ ਹੈ ਅਹਰਾਏ। ਗਿਓ ਪਾਠ ਜਿਵੇਂ ਕੀਤਾ ਅਸੀਂ ਗਇਓ ਨਹੀਂ ਪਾਠ ਕਰ ਜਾਣਾ, ਅਸੀਂ ਗਿਓ ਆ ਗਿਓ। ਹਾਂ ਜੌਨ ਮੋਹ ਡਰ, ਜੌਨ ਮੋਹ ਗਰ ਡਾਰ ਗਿਓ ਵਿਸਰਾਮ ਵੀ ਇੱਥੇ ਲੱਗੇਗਾ। ਤੇ ਕਾਟ ਹੈ ਅਹਰਾਏ। ਫਿਰ ਪੜ੍ਹ ਦਿਓ ਜੀ। ਜੌਨ ਮੋਹ ਗਰ ਡਾਰ ਗਿਓ ਤਿਹ ਕਾਟ ਹੈ ਅਹਰਾਏ। ਸ਼ਬਦ ਦਿਵਸਨ ਮੈਂ ਮਰੈ ਯਹ ਸਤ ਸਰਾਪ ਸਦਾਏ। ਸਰਾਪ ਕੋ ਸੁਨ ਕੈ ਡਰਿਓ ਨ੍ਰਿਪ ਮੰਦਰ ਏਕ ਉਸਾਰ। ਮਦ ਗੰਗ ਰਚਿਓ ਧੌਲ ਹਰ ਸਵੈ ਸਕੈ ਨਾ ਬਿਆਰ। ਸਰਪ ਕੀ ਤਹ ਗਮਤਾ ਕੋ ਕਾਟ ਹੈ ਤਿਹ ਜਾਏ। ਕਾਲ ਪਾਏ ਕਟਿਓ ਤਬੈ ਤਿਹ ਆਨ ਕੈ ਅਹਰਾਏ। 60 ਬਰਖ ਪਰਮਾਨ ਲਓ ਦੋਏ ਮਾਸ ਯੋ ਦਿਨ ਚਾਰ। ਜੋਤ ਜੋਤ ਬਿਖੈਰ ਲੀ ਨਿਪਰਾਜ ਕੀ ਕਰਤਾਰ। 60 ਸਾਲ 2 ਮਹੀਨੇ ਤੇ 4 ਦਿਨ ਦੀ ਆਯੂ ਸੀ ਇਸ ਰਾਜੇ ਪ੍ਰੀਸ਼ਤ ਦੀ। ਹਾਂਜੀ ਭੂਮ ਭਰਤ ਭਏ ਤਬੈ ਜਨਮੇਜ ਰਾਜ ਮਹਾਨ। ਸੂਰ ਹਠੀ ਸੂਰ ਬੀਰ ਹਠੀ ਤਪੀ 10 ਚਾਰ ਚਾਰ ਨਿਧਾਨ। ਇਤ ਰਾਜਾ ਪ੍ਰੀਸ਼ਦ ਸਮਾਪਤੰ ਭਏ। ਰਾਜਾ ਜਨਮੇਜਾ ਰਾਜ ਪਾਵਤ ਭਏ। ਰੂਵਾਲ ਛੰਦ ਰਾਜ ਕੋ ਗ੍ਰਹਿ ਪਾਏ ਕੈ ਜਨਮੇਜ ਰਾਜ ਮਹਾਨ। ਸੂਰਬੀਰ ਹਠੀ ਤਪੀ 10 ਚਾਰ ਚਾਰ ਨਿਧਾਨ। ਪਿਤਰ ਕੇ ਬਦ ਕੂਪ ਤੇ ਸਭ ਬਿਪਰ ਲੀਨ ਬੁਲਾਏ। ਸਰਪ ਮੇਦ ਕਰਿਓ ਲਗੇ ਮਖ ਧਰਮ ਕੇ ਚਿਤ ਪਚਾਏ। ਏਕ ਕੋਸ ਪਰਮਾਨ ਲਾਓ ਮਖ ਕੁੰਡ ਕੀਨ ਬਨਾਏ। ਮੰਤਰ ਸਖਤ ਕਰਨੈ ਲਗੇ ਤਹ ਹੋਮ ਬਿਪਰ ਬਨਾਏ। ਆਨ ਆਨ ਗਿਰੈ ਲਗੇ ਤਹ ਸਰਪ ਕੋਟ ਅਪਾਰ। ਜਤਰ ਤਤਰ ਉਠੀ ਜੈਤ ਧੁਨ ਭੂਮ ਭੂਰ ਉਦਾਰ। ਹਸਤ ਏਕ ਦੋ ਹਸਤ ਤੀਨ ਚੌ ਹਸਤ ਪੰਚ ਪਰਮਾਨ। 20 ਹਾਥ 21 ਹਾਥ 25 ਹਾਥ ਸਮਾਨ। 30 ਹਾਥ 32 ਹਾਥ 36 ਹਾਥ ਗਿਰਾਹੇ। ਆਨ ਆਨ ਗਿਰੈ ਤਹਾਂ ਸਭ ਭਸਮ ਭੂਤ ਹੋਏ ਜਾਏ। 100 ਹਸਤ ਪਰਮਾਨ 200 ਹਸਤ ਪਰਮਾਨ 300 ਹਸਤ ਪਰਮਾਨ। ਚਤਰ ਸਹਿ ਸੋ ਸਮਾਨ। 5 ਸਹਿ ਖਟ ਸਹਿ ਲਗੇ ਤਹ ਬੀਚ ਆਨ ਗਿਰੰਤ। ਸਹੰਸ ਹਸਤ ਪਰਮਾਨ ਲਓ ਸਭ ਹੋਮ ਹੋਤ ਅਨੰਤ। ਭੁਜੰਗ ਪ੍ਰਿਆਦ ਛੰਦ
ਰਚਿਓ ਸਰਪ ਮੇਦੰ ਬਡੋ ਜਗ ਰਾਜੰ ਕਰੈ ਬਿਪ ਹੋਮੈ ਸਰੈ ਸਰਬ ਕਾਜੰ ਦਹੇ ਸਰਬ ਸਰਪੰ ਅਨੰਤੰ ਪ੍ਰਕਾਰੰ ਪੁਜੈ ਭੂ ਹਾਂਜੀ ਕਰੈ ਬਿਪ ਹੋਮੈ ਸਰੈ ਸਰਬ ਕਾਜੰ ਦਹੇ ਸਰਬ ਸਰਪੰ ਅਨੰਤੰ ਪ੍ਰਕਾਰੰ ਪੁਜੈ ਭੋਗ ਅਨੰਤੰ ਜੁਗੈ ਰਾਜ ਦਵਾਰੰ ਕਿਤੇ ਅਸ਼ਟ ਹਸਤੰ ਸਤੰ ਪ੍ਰਾਏ ਨਾਰੰ ਕਿਤੇ ਦੁਆਦਸੇ ਹਸਤ ਲਓ ਪਰਮ ਭਾਰੰ ਕਿਤੇ ਦੁਐ ਸਹੰਸਰ ਕਿਤੇ ਜੋਜਨੇਕੰ ਗਿਰੇ ਹੋਮ ਕੁੰਡੰ ਅਪਾਰੰ ਅਚੇਤੰ ਕਿਤੇ ਜੋਜਨੇ ਦੁਏ ਕਿਤੇ ਤੀਨ ਜੋਜਨ ਕਿਤੇ ਚਾਰ ਜੋਜਨ ਦਹੇ ਭੂਮ ਭੋਗਨ ਕਿਤੇ ਮੁਸ਼ਟ ਅੰਗੁਸ਼ਟ ਗ੍ਰਸਟੰ ਪਰਮਾਨੰ ਕਿਤੇ ਡੇਢ ਗਿਸ਼ਟੇ ਅੰਗੁਸ਼ਟੰ ਅਰਧਾਨੰ ਕਿਤੇ ਚਾਰ ਜੋਜਨ ਲਓ ਚਾਰ ਕੋਸੰ ਸਵੈ ਕ੍ਰਿਤ ਜੈਸੇ ਕਰੈ ਅਗਨ ਹੋਮੰ ਫਣੰ ਫਟ ਕੈ ਫੇਣ ਕਾ ਫੰਤ ਕਾਰੰ ਛੁਟੈ ਲਪਟ ਜਵਾਲਾ ਬਸੈ ਬਿਖ ਧਾਰੰ ਕਿਤੇ ਸਪਤ ਜੋਜਨ ਲਓ ਕੋਸ ਅਸ਼ਟੰ ਕਿਤੇ ਅਸ਼ਟ ਜੋਜਨ ਮਹਾਪਰਮ ਪੁਸ਼ਟੰ ਭਇਓ ਘੋਰ ਬੱਦੰ ਜਰੇ ਕੋਟ ਨਾਗੰ ਭਜਿਓ ਤਛਕੰ ਭਛਕੰ ਜੇਮ ਕਾਗੰ ਕੁਲੰ ਕੋਟ ਹੋਮੈ ਬਿਖੈ ਵਹਿਣ ਕੁੰਡੰ ਬਚੇ ਬਾਦ ਡਾਰੇ ਘਨੇ ਕੁੰਡ ਚੁੰਡੰ ਬਚੇ ਬਾਦ ਡਾਰੇ ਘਨੇ ਕੁੰਡ ਝੁੰਡੰ ਭਜਿਓ ਨਾਗ ਰਾਜੰ ਤਕਿਓ ਇੰਦਰ ਲੋਕੰ ਜਰਿਓ ਵੇਦ ਮੰਤਰੰ ਭਰਿਓ ਸਕਰ ਸੋਕੰ ਬਦਿਓ ਮੰਤਰ ਜੰਤਰੰ ਗਿਰਿਓ ਭੂਮ ਮਦੰ ਅੜਿਓ ਆਸਤੀਕੰ ਮਹਾ ਬਿਪਰ ਸਿੱਧੰ ਅੜਿਓ ਆਸਤੀਕੰ ਮਹਾ ਬਿਪਰ ਸਿੱਧੰ ਆਸਤੀਕੰ ਅਸਤੀਕ ਮੁਨੀ ਸਰਪ ਮੇਦ ਜਗ ਵਿੱਚ ਇਸਨੇ ਆਪਣੀ ਮਾਤਾ ਦੀ ਕੋਲ ਤੱਕ ਅਤੇ ਬਹੁਤ ਸਾਰੇ ਨਾਗ ਜਗ ਕੁੰਡ ਵਿੱਚ ਸੜਨ ਤੋਂ ਬਚਾਏ ਸਨ। ਇਹ ਹੈ ਆਸਤੀਕੰ। ਇਹ ਕੁਲਿਆਂ ਨਾ ਪਿੱਛੇ ਦੱਸਿਆ ਵੀ 8 ਕੁਲਾਂ ਨੇ ਇਹਨਾਂ ਦੇ ਤੱਕੀ ਨਾਗ ਆਸਤੀਕ ਸ਼ੇਸ਼ ਨਾਗ ਬਾਸ਼ਕ ਨਾਗ ਇਸ ਪ੍ਰਕਾਰ ਇਹਨਾਂ 8 ਕੁਲਾਂ ਨੇ ਹਨ। ਇੱਕ ਕੁਲ ਦੇ ਵਿੱਚ ਗਾਂ ਫਿਰ ਹਜ਼ਾਰਾਂ ਹੀ ਹੁੰਦੇ ਆ ਸੈਂਕੜੇ ਹਜ਼ਾਰਾਂ ਲੱਖਾਂ ਹੀ। ਹਾਂਜੀ ਬਦਿਓ ਮੰਤਰ ਜੰਤਰੰ ਗਿਰਿਓ ਭੂਮ ਮਦੰ ਅੜਿਓ ਆਸਤੀਕੰ ਮਹਾ ਬਿਪਰ ਸਿੱਧੰ ਪੜਿਓ ਭੇੜ ਭੂਪੰ ਝਣਿਓ ਝੇੜ ਝਾੜੰ ਮਹਾ ਕ੍ਰੋਧ ਉਠਿਓ ਤਣੀ ਤੋੜ ਤਾੜੰ ਤਜਿਓ ਸਰਪ ਮੇਦੰ ਭਜਿਓ ਏਕ ਨਾਥੰ ਕਿਰਪਾ ਮੰਤਰ ਸੂਝੈ ਸਭੈ ਸ੍ਰੇਸ਼ਟ ਸਾਜੰ ਸੁਨਹੁ ਰਾਜ ਸਰਦੂਲ ਵਿਦਿਆ ਨਿਦਾਨੰ ਤਪੈ ਤੇਜ ਸਾਵੰਤ ਜਵਾਲਾ ਸਮਾਨੰ ਮਹੀ ਮਾਹ ਰੂਪੰ ਤਪੈ ਤੇਜ ਪਾਨੰ ਦਸੰ ਚਾਰ 14 ਵਿਦਿਆ ਨਿਦਾਨੰ ਸੁਨਹੁ ਰਾਜ ਸਾਸਤਰਗ ਸਾਰੰਗ ਪਾਨੰ ਤਜਹੁ ਸਰਪ ਮੇਦੰ ਦਿਜੈ ਮੋਹਿ ਦਾਨੰ ਤਜਹੁ ਜੋ ਨਾ ਸਰਪੰ ਜਰਉ ਅਗਨਿ ਆਪੰ ਕਰਉ ਦਗਧ ਤੋਕਉ ਦਿਵਉ ਐਸ ਸਰਾਪੰ ਹਣਿਓ ਪੇਟ ਮਦੰ ਛੁਰੀ ਜਮ ਦਾੜੰ ਲੱਗੇ ਪਾਪ ਤੋਕੂ ਸੁਨਹੁ ਰਾਜ ਗਾੜੰ ਜਮਦਾੜ ਸ਼ਸਤਰ ਦਾ ਨਾਮ ਹੈ। ਹਣਿਓ ਪੇਟ ਮਦੰ ਛੁਰੀ ਜਮ ਦਾੜੰ ਲੱਗੇ ਪਾਪ ਤੋਕੂ ਸੁਨਹੁ ਰਾਜ ਗਾੜੰ ਸੁਨੇ ਬਿਪ ਬੋਲੰ ਉਠਿਓ ਆਪ ਰਾਜੰ ਤਜਿਓ ਸਰਪ ਮੇਦੰ ਪਿਤਾ ਬੈਰ ਕਾਜੰ ਬੁਲਿਓ ਬਿਆਸ ਪਾਸੰ ਕਰਿਓ ਮੰਤਰ ਚਾਰੰ ਮਹਾਵੇਦ ਵਿਆਕਰਣ ਵਿਦਿਆ ਵਿਚਾਰੰ ਸੁਨੀ ਪੁੱਤਰ ਕਾ ਦੋਏ ਗ੍ਰਹੰਕਾਸ ਰਾਜੰ ਮਹਾ ਸੁੰਦਰੀ ਰੂਪ ਸੋਭਾ ਸਮਾਜੰ ਜਿਣਿਓ ਜਾਏ ਤਾਕੂ ਹਣੋ ਦੁਸ਼ਟ ਪੁਸ਼ਟੰ ਕਰਿਓ ਧਿਆਨ ਤਾਨੇ ਲਦੇ ਭਾਰ ਉਸ਼ਟੰ ਕਰੋ ਪਿਆਨ ਤਾਨੇ ਉਧਰ ਨੂੰ ਪਿਆਨਾ ਕਰਤਾ ਚੱਲ ਮਾਰਤਾ ਤੇ ਉੱਠ ਜਿਹੜੇ ਬੋਤੇ ਸਨ ਉਹਨਾਂ ਦੇ ਰਾਜ ਸਾਜ ਦਾ ਸਮਾਨ ਸਾਰਾ ਹੀ ਰੱਖ ਲਿਆ ਲੱਦ ਲਏ ਉੱਠ ਕਰਿਓ ਪਿਆਨ ਤਾਨੇ ਲੱਦੇ ਭਾਰ ਉਸ਼ਟੰ
ਚਲੀ ਸੈਨ ਸੂਕਰ ਪ੍ਰਾਚੀ ਦੇਸਾਨ ਚੜੇ ਬੀਰ ਧੀਰੰ ਹਟੇ ਸ਼ਸਤਰ ਪਾਨੰ ਦੁਰਿਓ ਜਾਏ ਹਟੇ ਹਟੇ ਹਾਂਜੀ ਹਟੇ ਹਟੇ ਨਾ ਕਹਿ ਜਾਈਏ ਕਦੇ, ਹਟੇ ਹਟੇ ਠੱਠਾ ਬੋਲਣਾ ਇੱਥੇ। ਚੜੇ ਬੀਰ ਧੀਰੰ ਹਠੇ ਸ਼ਸਤਰ ਪਾਨੰ ਦੁਰਿਓ ਜਾਏ ਦੁਰਗੰ ਸੋ ਬਾਰਾਣਸੀ ਸੰ ਘੇਰਿਓ ਜਾਏ ਫੌਜੰ ਭਜਿਓ ਏਕ ਈਸੰ ਮਚਿਓ ਜੁਧ ਸੁਦੰ ਬਹੇ ਸ਼ਸਤਰ ਘਾਤੰ ਗਿਰੇ ਅਦ ਵੱਦੰ ਸਨਦੰ ਬੇਪਾਤੰ ਗਿਰੇ ਹੀਰ ਚੀਰੰ ਸੋ ਬੀਰੰ ਰਜਾਣੰ ਕਟੇ ਅਦ ਅਦੰ ਛੁਟੇ ਰੁਦਰ ਧਿਆਨੰ ਗਿਰੇ ਖੇਤਰ ਖਤਰਾਣ ਖਤਰੀ ਖਤਰਾਣੰ ਬੱਜੀ ਭੇਰ ਪੁੰਕਾਰ ਦ੍ਰੁਕਿਆ ਨਿਸਾਣੰ ਕਰੈ ਪੈਜ ਵਾਰੰ ਪ੍ਰਚਾਰੇ ਸੋ ਬੀਰੰ ਕਰੈ ਇੱਕ ਕਿ ਦੋ ਕਰੇ ਇੱਕ ਲਾਂ ਹਾਂਜੀ ਕਰੇ ਕਰੇ ਪੈਜ ਵਾਰੰ ਪ੍ਰਚਾਰੇ ਸੋ ਬੀਰੰ ਕਰੇ ਪੈਜ ਵਾਰੰ ਪ੍ਰਚਾਰੇ ਸੋ ਬੀਰੰ ਫਿਰੇ ਰੁੰਡ ਮੁੰਡੰ ਤਣੰ ਤਛ ਤੀਰੰ ਬਿਬੇਦੰਤ ਵਰਮੰ ਪ੍ਰਸ਼ੇਦੈ ਤਨਾਨੰ ਕਰੈ ਮਰਦਨੰ ਅਰਦਨੰ ਮਰਦਮਾਨੰ ਕੱਟੇ ਚਰਮ ਬਰਮੰ ਛੁਟੇ ਚੌਰ ਚਾਰੰ ਗਿਰੇ ਬੀਰ ਧੀਰੰ ਛੁਟੇ ਸ਼ਸਤਰ ਧਾਰੰ ਜਣਿਓ ਕਾਸ ਕੀ ਸੰਗ ਹਣਿਓ ਸਰਬ ਸੈਨੰ ਬਰੀ ਪੁੱਤਰ ਕਾ ਤਾਹ ਕੰਪਿਓ ਤਿਰਨੈਨੰ ਭਇਓ ਮੇਲ ਗੇਲੰ ਮਿਲੇ ਰਾਜ ਰਾਜੰ ਭਈ ਮਿੱਤਰ ਚਾਰੰ ਸਰੇ ਸਰਬ ਕਾਜੰ ਮਿਲੀ ਰਾਜ ਦਾਜੰ ਸੋ ਦਾਸੀ ਅਨੂਪੰ ਮਹਾਵਿਦਿਆਵੰਤੀ ਅਪਾਰੰ ਸਰੂਪੰ ਮਿਲੇ ਹੀਰ ਚੀਰੰ ਕਿਤੇ ਸੁਆਓ ਕਰਨੰ ਸਿਆਓ ਮਿਲੇ ਹੀਰ ਚੀਰੰ ਕਿਤੇ ਸਿਆਓ ਕਰਨੰ ਮਿਲੇ ਮਤ ਦੰਤੀ ਕਿਤੇ ਸੇਤ ਬਰਨੰ ਕਰਿਓ ਵਿਆਹ ਰਾਜਾ ਭਇਓ ਸੋ ਪ੍ਰਸੰਨੰ ਭਲੀ ਭਾਂਤ ਭੁਖੇ ਦਿਜੰ ਸਰਬ ਅੰਨੰ ਕਰੇ ਭਾਂਤ ਭਾਂਤੰ ਮਹਾਗਜ ਦਾਨੰ ਭਏ ਦੋਏ ਪੁੱਤਰੰ ਮਹਾਰੂਪ ਮਾਨੰ ਲਖੀ ਰੂਪਵੰਤੀ ਮਹਾਰਾਜ ਦਾਸੀ ਮਨੋ ਚੀਰ ਕੈ ਚਾਰ ਚੰਦਰਾ ਨਿਕਾਸੀ ਲਹੈ ਚੰਚਲਾਚਾਰ ਵਿਦਿਆ ਲਤਾਸੀ ਕਿਦੋ ਕੰਜ ਕੀ ਮਾਝ ਸੋਭਾ ਪ੍ਰਕਾਸੀ ਕਿਦੋ ਫੂਲ ਮਾਲਾ ਲਖੈ ਚੰਦਰ ਮਾਸੀ ਕਿਦੋ ਪਦਮਨੀ ਮੈਂ ਬਨੀ ਮਾਲਤੀ ਸੀ ਕਿਦੋ ਬਹੁਪ ਧੰਨਿਆ ਫੁੱਲੀ ਰਾਏ ਬੇਲੰ ਤਜੈ ਅੰਗ ਤੇ ਬਾਸ ਚੰਪਾ ਫੁਲੇਲੰ ਕਿਦੋ ਦੇਵ ਕੰਨਿਆ ਪ੍ਰਿਥੀ ਲੋਕ ਡੋਲੈ ਕਿਦੋ ਜਛਨੀ ਕਿੰਨਰਨੀ ਸਿਓ ਕਲੋਲੈ ਕਿਦੋ ਰੁਦਰ ਬੀਜੰ ਫਿਰੈ ਮਦ ਬਾਲੰ ਕਿਦੋ ਪਤਰ ਪਾਨੰ ਨਚੈ ਕੌਲ ਨਾਲੰ ਕਿਦੋ ਰਾਗ ਮਾਲਾ ਰਚੀ ਰੰਗ ਰੂਪੰ ਕਿਦੋ ਇਸਤਰ ਰਾਜਾ ਰਚੀ ਭੂਪ ਭੂਪੰ ਕਿਦੋ ਨਾਗ ਕੰਨਿਆ ਕਿਦੋ ਬਾਸਵੀ ਹੈ ਕਿਦੋ ਸੰਖਨੀ ਚਿਤਰਨੀ ਪਦਮਨੀ ਹੈ ਲਸੈ ਚਿਤ੍ਰ ਰੂਪੰ ਬਚਿਤ੍ਰੰ ਅਪਾਰੰ ਮਹਾਰੂਪਵੰਤੀ ਮਹਾਜੋਬ ਨਾਰੰ ਮਹਾਗਿਆਨਵੰਤੀ ਸੋ ਵਿਗਿਆਨ ਕਰਮੰ ਪੜ੍ਹੈ ਕੰਠ ਵਿਦਿਆ ਸੋ ਵਿਦਿਆਦ ਧਰਮੰ ਲਖੀ ਰਾਜ ਕੰਨਿਆਨ ਤੇ ਰੂਪਵੰਤੀ ਲਸੈ ਜੋਤ ਜਵਾਲਾ ਅਪਾਰੰ ਅਨੰਤੀ ਲਖਿਓ ਤਾਹਿ ਜਨਮੇਜੈ ਆਪ ਰਾਜੰ ਕਰੇ ਪਰਮ ਭੋਗੰ ਦੀਏ ਸਰਬ ਸਾਜੰ। ਹਾਂਜੀ, ਇਹ ਪਾਵਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਬਚਨ ਹੈ। ਰਾਜਾ ਜਨਮੇਜਾ ਖੋਏ ਗਿਆ, ਏਕੀ ਕਾਰਨ ਪਾਪੀ ਭਇਆ। ਇਹ ਪਵਿੱਤਰ ਪੰਕਤੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ। ਰਾਜਾ ਜਨਮੇਜਾ ਖੋਏ ਗਿਆ, ਏਕੀ ਕਾਰਨ ਪਾਪੀ ਭਇਆ। ਪਰ ਇਹਨਾਂ ਪੰਜ ਪੰਕਤੀਆਂ ਨੂੰ, ਆ ਜਿਹੜੀਆਂ ਪੰਕਤੀਆਂ ਨੇ ਪਵਿੱਤਰ, ਪੜ੍ਹ ਕੇ ਅਸੀਂ ਸਾਰੇ ਇਤਿਹਾਸ ਨੂੰ ਸਮਝਣ ਤੋਂ ਜਰਾ ਕੁ ਅਸਮਰੱਥ ਰਹਿ ਜਾਂਦੇ ਆ। ਬਸ ਇਹ ਪੜ੍ਹਦਾ ਲਿਆ, ਪਰ ਅੱਗੇ ਪਤਾ ਨਹੀਂ ਇਹਦੇ ਥੱਲੇ ਕੀ ਲੁਕਿਆ ਹੋਇਆ। ਆਹ ਲੁਕਿਆ ਜੋ ਅਸੀਂ ਪੜ੍ਹ ਰਹੇ ਹਾਂ। ਇਹ ਸ੍ਰੀ ਦਸ਼ਮੇਸ਼ ਜੀ ਨੇ ਕਿਰਪਾਲਤਾ ਕੀਤੀ ਹੈ, ਬੜੇ ਉਨੜੀ ਢੰਗ ਨਾਲ ਪੂਰਨ ਗੱਲ ਸਾਨੂੰ ਸਮਝਾ ਦਿੱਤੀ ਆ ਕਿ ਰਾਜੇ ਨੇ ਔਗਣ ਕੀਤਾ ਜੋ ਰੂਪ ਦੇ ਲਾਲਚ ਵਿੱਚ ਗੋਲੀ ਨੂੰ ਰਾਣੀ ਬਣਾਇਆ।
ਦੂਜੀ ਉਸਦੀ ਸਾਖ ਫੁੱਟੀ ਜੋ ਬੇਦੋਸ਼ੀ ਧਿਆਣੇ ਨਾਲ ਕਿਤਨੇ ਬੰਦੇ ਮਾਰ ਦਿੱਤੇ ਨੇ ਬੁਰੀ ਤਰ੍ਹਾਂ। ਤੇ ਗੁਰਬਾਣੀ ਇਹ ਦੱਸਦੀ, ਲੇਖ ਨਾ ਮਿਟੀ ਹੀ ਸਖੀ ਜੋ ਲਿਖਿਆ ਕਰਤਾਰ। ਲੇਖ ਨਾ ਮਿਟੀ ਪੁਰਬ ਕਮਾਇਆ, ਕਿਆ ਜਾਣਾ ਕਿਆ ਹੋਸੀ, ਗੁਣੀ ਚਾਰ ਨਹੀਂ ਰੰਗ ਰਾਤੀ, ਅਵਗੁਣ ਬਹਿ ਬਹਿ ਰੋਸੀ। ਇਹਨੇ ਪੁੱਛਿਆ ਸੀ ਨਾ ਵਿਸ਼ਿਸ਼ਟ ਜੀ ਤੋਂ ਵੀ ਸਾਡੇ ਜੇ ਵੱਡੇ ਇੰਨੇ ਸਿਆਣੇ ਸੀਗੇ, ਕ੍ਰਿਸ਼ਨ ਜੀ ਦੀ ਸੰਗਤ ਕਰਦੇ ਸੀ, ਤੇ ਫਿਰ ਉਹ ਜੂਆ ਕਿਉਂ ਖੇਡਿਆ? ਬੜਾ ਮਾੜਾ ਜੂਆ। ਰਿਖੀ ਜੀ ਨੇ ਕਿਹਾ ਸੀ ਭਾਈ ਜੋ ਲਿਖਿਆ ਹੋਣਾ ਉਹ ਵੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਪਾਵਨ ਬਚਨ, ਲੇਖ ਨਾ ਮਿੱਟੀ ਪੁਰਬ ਕਮਾਇਆ, ਕਿਆ ਜਾਣਾ ਕਿਆ ਹੋਸੀ। ਹੁਣੇ ਆਪਾਂ ਦਰਸ਼ਨਦਾਰੇ ਕੀਤੇ ਤੋ ਇਹ ਲੇਖ ਹੋ ਗਿਆ ਪੂਰਾ। ਇਹ ਪੰਕਤੀਆਂ ਮੇਰੇ ਦੱਸਣ ਤੋਂ ਭਾਵ ਇਹ ਆ ਵੀ ਆ ਜਿਹੜੀ ਉਹ ਦਾਸੀ ਦੀ ਉਸਤਤ ਚੱਲ ਰਹੀ ਆ ਵੀ ਕੈਸੀ ਸੀ ਉਹਨੂੰ ਜਨਮੇਜੇ ਨੇ ਰਾਣੀ ਪਟਰਾਣੀ ਬਣਾ ਲਿਆ, ਤੇ ਇਹਨੂੰ ਵਿਆਸ ਜੀ ਨੇ ਪਹਿਲਾਂ ਵਰਜਿਆ ਵੀ ਤੂੰ ਸਿਆਣਾ ਤੂੰ ਆਹ ਕਰਦਾ। ਇਹਨੇ ਆਪਦੇ ਵੱਡਿਆਂ ਦੇ ਕਿੰਤੂ ਪ੍ਰੰਤੂ ਕੀਤਾ ਸੀ। ਇਹਨੇ ਸਿਆਣੇ ਸੀ ਤੇ ਫਿਰ ਜੂਆ ਕਿਉਂ ਖੇਡੇ, ਕਿਉਂ ਰਾਜ ਹਾਰਿਆ? ਤੇ ਵਿਆਸ ਜੀ ਕਹਿੰਦੇ ਭਲਿਆ ਜੋ ਲਿਖਿਆ ਨਾ ਉਹ ਹੋਣਾ। ਰਾਜਨ ਮਿਜਾ ਦੇ ਮਤੀ ਬਰਜ ਵਿਆਸ ਪੜਾਇਆ। ਇਸ ਪ੍ਰਕਾਰ ਪੰਕਤੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਉਹਨਾਂ ਦੀ ਇਹ ਅਵਿਆਖਿਆ ਚੱਲ ਰਹੀ ਆ। ਉਹ ਗੋਲੀ ਨਾਲ ਵਿਆਹ ਕਰਾਉਣਾ, ਫਿਰ ਇਹਦੇ ਜਿਹੜੇ ਰਾਜ ਨਸ਼ਟ ਹੋਣਾ। ਆ ਨਾਲ ਨਾਲ ਦਰਸ਼ਨ ਕਰੀਏ, ਫਿਰ ਲੱਗੋ ਜੀ ਦੋ ਪੰਕਤੀਆਂ ਉੱਤੋਂ ਹੀ ਲੱਗ ਜਾਓ। ਲਖੀ ਰਾਜ ਕੰਨਿਆਨ, ਹਾਂ ਰਾਜ ਕੰਨਿਆਨ ਤੋਂ ਸੋਹਣੀ ਸੀ ਗੋਲੀ, ਉਹ ਇਹਨੇ ਫਿਰ ਵਰਦੀ ਹੈ। ਹਾਂਜੀ ਚਲੋ। ਲਖੀ ਰਾਜ ਕੰਨਿਆਨ ਤੇ ਰੂਪਵੰਤੀ, ਲਸੈ ਜੋਤ ਜਵਾਲਾ ਅਪਾਰੰ ਅਨੰਤੀ, ਲਖਿਓ ਤਾਹਿ ਜਨਮੇਜੈ ਆਪ ਰਾਜੰ, ਕਰੇ ਪਰਮ ਭੋਗੰ ਦੀਏ ਸਰਬ ਸਾਜੰ, ਬੜਿਓ ਨੇਹ ਤਾਂ ਸੋ ਤਜੀ। ਬੜਿਓ ਨੇਹ ਤਾਂ ਸੋ, ਨੇਹ ਉਹਨਾਂ ਪਿਆਰ ਬਹੁਤਾ ਵਧ ਗਿਆ ਬੜਿਓ ਗੋਲੀ ਨਾਲ। ਨਾਲੇ ਉਹਨਾਂ ਨੇ ਕਿਹਾ ਸੀ ਸੰਤਾਂ ਨੇ, ਰਾਜਿਆਂ ਨੂੰ ਸਮਝਾਇਆ ਸੀ, ਪਰ ਫੇਰ ਵੀ ਦੂਜੀਆਂ ਰਾਜਕੁਮਾਰੀਆਂ ਨੂੰ ਭੁਲਾ ਹੀ ਦਿੱਤਾ। ਬੜਿਓ ਨੇਹ ਤਾਂ ਸੋ ਤਜੀ ਰਾਜ ਕੰਨਿਆ। ਹਾਂਜੀ ਬੜਿਓ ਨੇਹ ਤਾਂ ਸੋ ਤਜੀ ਰਾਜ ਕੰਨਿਆ, ਹੋਤੀ ਸਿਸ਼ਟ ਕੀ ਦਿਸ਼ਟ ਮਹਿ ਪੁਸ਼ਟ ਧੰਨਿਆ, ਭਇਓ ਏਕ ਪੁੱਤਰੰ ਮਹਾਸ਼ਸਤਰ ਧਾਰੀ, ਦਸੰ ਚਾਰ 14 ਵਿਦਿਆ ਵਿਚਾਰੀ, ਧਰਿਓ ਅਸਮੇਦੰ ਪ੍ਰਥਮ ਪੁੱਤਰ ਨਾਮੰ, ਭਇਓ ਅਸਮੇਧਾਨ ਦੂਜੋ ਪ੍ਰਧਾਨੰ, ਅਜੈ ਸਿੰਘ ਰਾਖਿਓ ਰਜੀ ਪੁੱਤਰ ਸੂਰੰ, ਮਹਾਜੰਗ ਜੋਧਾ ਮਹਾਜਸ ਪੂਰੰ। ਇਹਦੇ ਪਹਿਲੇ ਪੁੱਤਰ ਸੀ ਅਸਮੇਧ ਤੇ ਅਸਮੇਧ, ਤੇ ਇਹ ਜਿਹੜੀ ਗੋਲੀ ਇਹ ਤੋਂ ਪੁੱਤਰ ਹੋਇਆ ਉਹਦਾ ਨਾਮ ਅਜੈ ਸਿੰਘ ਰੱਖਿਆ। ਅਜੈ ਸਿੰਘ ਰਾਖੋ ਰਜੀ ਪੁੱਤਰ ਸੂਰੰ, ਮਹਾਜੰਗ ਜੋਧਾ ਮਹਾਜਸ ਪੂਰੰ। ਆ ਫਿਰ ਅਗਲੀਆਂ ਪੰਕਤੀਆਂ ਪੜ੍ਹ ਕੇ ਤੇ ਫਿਰ ਆਪਾਂ ਸਮਾਪਤੀ ਵੀ ਕਰਾਂਗੇ। ਹਾਂਜੀ ਭਇਓ ਤਨ ਦੁਰਸਤੰ ਬਲਿਸ਼ਟੰ ਮਹਾਨੰ, ਮਹਾਜੰਗ ਜੋਧਾ ਸੋ ਸ਼ਸਤਰੰ ਪ੍ਰਧਾਨੰ, ਹਣੈ ਦੁਸ਼ਟ ਪੁਸ਼ਟੰ ਮਹਾਸ਼ਸਤਰ ਧਾਰੰ, ਵੱਡੇ ਸਤਰ ਜੀਤੇ ਜਿਵੇਂ ਰਾਵਣਾਰੰ। ਵੱਡੇ 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 ਜਿੱਤਲੇ ਉਹਨੇ ਦਾਸੀ ਦੇ ਪੁੱਤਰ ਨੇ। ਵੱਡੇ ਸਤਰ ਜੀਤੇ ਜਿਵੇਂ ਰਾਵਣਾਰੰ, ਚੜਿਓ ਏਕ ਦਿਵਸ ਅਖੇਟੰ ਨਰੇਸੰ, ਲਖੇ ਮ੍ਰਿਗ ਧਾਇਓ ਗਇਓ ਔਰ ਦੇਸੰ, ਸ਼ਰਮਿਓ ਪਰਮ ਬਾਟੰ ਤਕਿਓ ਏਕ ਤਾਲੰ, ਮਹਾ ਤਹਾਂ ਦੌਰ ਕੈ ਪੀਨ ਪਾਨੰ ਉਤਾਲੰ, ਕਰਿਓ ਰਾਜ ਸੈਨੰ ਕੜਿਓ ਬਾਰ ਬਾਜੰ, ਤੱਕੀ ਬਾਜਨੀ ਰੂਪ ਸਾਜੰ ਸਮਾਜੰ, ਲਗਿਓ ਆਨ ਤਾਂ ਕੋ ਰਹਿਓ ਨਾਹਿ ਗਰਭੰ, ਭਇਓ ਹਾਂਜੀ ਲਗਿਓ ਆਨ ਤਾਂ ਕੋ ਰਹਿਓ ਤਾਹਿ ਗਰਭੰ, ਭਇਓ ਸਿਆਮ ਕਰਣੰ ਸੋਬਾਜੀ ਅਦਰਭੰ, ਕਰਿਓ ਬਾਜ ਮੇਦੰ ਬਡੋ ਜਗ ਰਾਜਾ, ਜਿਣੇ ਸਰਬ ਭੂਪੰ ਸਰੇ ਸਰਬ ਕਾਜਾ, ਗੜਿਓ ਜਗ ਥੰਬੰ ਕਰਿਓ ਹੂਮ ਕੁੰਡੰ, ਭਲੀ ਭਾਂਤ ਪੋਖੇ ਬਲੀ ਬਿਪਰ ਝੁੰਡੰ, ਦਏ ਕੋਟ ਦਾਨੰ ਪੱਕੇ ਪਰਮ ਪਾਕੰ, ਕਲੂ ਮਦ ਕੀਨੋ ਬਡੋ ਧਰਮ ਸਾਕੰ, ਲਗੀ ਦੇਖਨੇ ਆਪ ਜਿਉ ਰਾਜ ਬਾਲਾ, ਮਹਾਰੂਪਵੰਤੀ ਤਹਾਂ ਮਹਾਜਵਾਲ ਆਲਾ। ਹਾਂਜੀ
ਲਗੀ ਦੇਖਨੇ ਆਪ ਜਉ ਰਾਜ ਬਾਲਾ ਮਹਾਰੂਪਵੰਤੀ ਮਹਾਜਵਾਲ ਆਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।